ਸਰਦਾਰੀ ਟੀਵੀ ਦੇਖਣ ਜਾ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਭ ਵੱਲੋਂ ਪਿਆਰ ਤੇ ਨਿੱਘ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਦੇ ਇਸ ਪ੍ਰੋਗਰਾਮ 'ਤੇ ਨਿੱਘਾ ਸਵਾਗਤ ਜੀ ਆਇਆਂ ਨੂੰ। ਉਮੀਦ ਹੈ ਕਿ ਸਵੇਰ ਤੇ ਤੁਸੀਂ ਟੀਵੀ ਤੇ ਪ੍ਰਸਾਰਿਤ ਵੱਖ-ਵੱਖ ਪ੍ਰੋਗਰਾਮਾਂ ਦਾ ਜ਼ਰੂਰ ਆਨੰਦ ਲਿਆ ਹੋਵੇਗਾ। ਸਿਹਤ ਸੰਭਾਲ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਸਹਿਯੋਗ ਹੋਮਿਓ ਕਲੀਨਿਕ ਦਾ ਸਹਿਯੋਗ ਹਾਸਲ ਹੈ। ਸਹਿਯੋਗ ਹੋਮਿਓ ਕਲੀਨਿਕ ਜਿਹੜਾ ਕਿ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਿੱਚ 145 ਕਲੀਅਰੈਂਸ ਸਟਰੀਟ ਯੂਨਿਟ ਨੰਬਰ 26 ਦੇ ਵਿੱਚ ਸਥਿਤ ਹੈ। ਇੱਥੋਂ ਤੁਸੀਂ ਹੋਮਿਓਪੈਥੀ ਦੇ ਨਾਲ ਸੰਬੰਧਿਤ ਹਰ ਤਰ੍ਹਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਸੋ ਹੁਣ ਇੱਕ ਢੰਗ ਦੇ ਨਾਲ ਜਿਹੜੀ ਸੈਮੂਅਲ ਹੋਮਿਓਪੈਥੀ ਸਪਲਾਈ ਇਹਨਾਂ ਦੀ ਨਵੀਂ ਚੇਨ ਜਿਹੜੀ ਖੁੱਲ੍ਹ ਚੁੱਕੀ ਆ ਔਰ ਹਰ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਨੇ ਹੋਮਿਓਪੈਥੀ ਦੀਆਂ ਉਹ ਤੁਸੀਂ ਇੱਥੋਂ ਲੈ ਸਕਦੇ ਹੋ। ਔਰ ਅੱਜ ਜਿਹੜੇ ਅਸੀਂ ਵਿਸ਼ੇ 'ਤੇ ਗੱਲਬਾਤ ਕਰਨੀ ਹੈ, ਸਕੂਲ ਜਿਹੜੇ ਨੇ ਜੀ ਦੁਬਾਰਾ ਖੁੱਲ੍ਹਣ ਜਾ ਰਹੇ ਨੇ। ਜਿਹੜੇ ਬੱਚੇ ਨੇ ਜਿਹੜੇ ਸਕੂਲ ਦੇ ਵਿੱਚ ਜਾਂਦੇ ਨੇ, ਚਾਹੇ ਉਹ ਨਰਸਰੀ ਦੇ ਵਿੱਚ ਜਾਂਦੇ ਨੇ, ਚਾਹੇ ਉਹ ਪ੍ਰਾਇਮਰੀ ਦੇ ਵਿੱਚ ਨੇ, ਚਾਹੇ ਉਹ ਮਿਡਲ ਦੇ ਵਿੱਚ ਨੇ, ਈਵਨ ਦੋ ਹਾਈ ਸਕੂਲ, ਅਤੇ ਕਈ ਵਾਰੀ ਯੂਨੀਵਰਸਿਟੀ ਜਾਣ ਵਾਲੇ ਬੱਚਿਆਂ ਦੇ ਵਿੱਚ ਵੀ ਕੁਝ ਕੁ ਦਿੱਕਤਾਂ ਆਉਂਦੀਆਂ ਨੇ। ਸੋ ਉਹਨਾਂ ਨੂੰ ਆਪਾਂ ਕਿਵੇਂ ਹੋਮਿਓਪੈਥੀ ਦੀ ਸਹਾਇਤਾ ਦੇ ਨਾਲ ਸਰ ਕਰ ਸਕਦੇ ਹਾਂ, ਇਸ ਸਾਰੇ ਕਾਸੇ ਬਾਰੇ ਗੱਲਬਾਤ ਕਰਾਂਗੇ। ਪਰਮਿੰਦਰ ਜੀ, ਇੱਕ ਵਾਰੀ ਫਿਰ ਸਵਾਗਤ ਜੀ ਆਇਆਂ ਨੂੰ ਜੀ। ਥੈਂਕ ਯੂ ਸੋ ਮਚ ਸਿੱਧੂ ਜੀ। ਤੁਹਾਨੂੰ ਤੇ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਆਏ ਹਾਂ ਕਿ ਕੁਝ ਕੁ ਬੱਚੇ ਜਿਹੜੇ ਨੇ ਜੀ ਉਹ ਹੁੰਦੇ ਇਹੋ ਜਿਹੇ ਜਿਨ੍ਹਾਂ ਨੂੰ ਸਕੂਲੇ ਜਾਣ ਤੋਂ ਡਰ ਲੱਗਦਾ। ਹਾਂਜੀ। ਕਈ ਬੱਚੇ ਜਿਹੜੇ ਨੇ ਜੀ ਉਹ ਪੜ੍ਹਨ ਦੇ ਵਿੱਚ ਉਨਾ ਹੁਸ਼ਿਆਰ ਨਹੀਂ ਹੁੰਦੇ। ਕਈ ਬੱਚਿਆਂ ਦੀਆਂ ਸਕੂਲੋਂ ਸ਼ਿਕਾਇਤਾਂ ਆਉਂਦੀਆਂ ਨੇ ਕਿ ਅਗਰੈਸਿਵ ਬਹੁਤ ਨੇ। ਹਾਂਜੀ, ਇਹ ਕੀ ਮਾਤਰਾ? ਦੇਖੋ, ਕਈ ਚੀਜ਼ਾਂ ਤਾਂ ਸਿੱਧੂ ਜੀ, ਪਹਿਲਾਂ ਜਿਹੜੇ ਵੀ ਇਸ ਤਰ੍ਹਾਂ ਦੇ ਬੱਚੇ ਨੇ, ਜਿਵੇਂ ਤੁਸੀਂ ਕਿਹਾ ਕਿ ਜਿਨ੍ਹਾਂ ਨੂੰ ਪੜ੍ਹਾਈ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਜਾਂ ਫਿਰ ਪਰਫਾਰਮੈਂਸ 'ਚ ਪ੍ਰੋਬਲਮ ਆ ਰਹੀ ਹੈ ਜਾਂ ਜਿਨ੍ਹਾਂ ਦੇ ਬਿਹੇਵੀਅਰ ਦੇ ਇਸ਼ੂਜ਼ ਨੇ, ਕੁਝ ਨਾ ਕੁਝ ਡਾਇਗਨੋਸਿਸ ਉਹਨਾਂ ਮਾਪਿਆਂ ਕੋਲ ਹੈਗੇ ਨੇ ਜੀ। ਜੇ ਬੱਚੇ ਦਾ ਪਹਿਲਾ ਸਾਲ ਹੈ ਤਾਂ ਓਬਵੀਅਸਲੀ ਯੂ ਡੋਂਟ ਨੋ, ਬਟ ਜੇ ਬੱਚਾ ਮਿਡਲ ਸਕੂਲ ਜਾ ਰਿਹਾ ਜਾਂ ਹਾਈ ਸਕੂਲ ਜਾ ਰਿਹਾ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਸਕੂਲ ਦੇ ਵੱਲੋਂ ਕੁਝ ਨਾ ਕੁਝ ਡਾਇਗਨੋਸਿਸ ਮਿਲੇ ਹੁੰਦੇ ਨੇ। ਸੋ ਜਿਹਦੇ ਅੰਦਰ ਤੁਹਾਡੇ ਬੱਚੇ ਦਾ ਫੋਕਸ ਇਸ਼ੂਜ਼ ਹੋ ਸਕਦੇ ਆ, ਅਟੈਂਸ਼ਨ ਇਸ਼ੂਜ਼ ਹੋ ਸਕਦੇ ਨੇ, ਬਿਹੇਵੀਅਰਲ ਇਸ਼ੂਜ਼ ਹੋ ਸਕਦੇ, ਲਰਨਿੰਗ ਡਿਸੇਬਿਲਿਟੀਜ਼ ਹੋ ਸਕਦੀਆਂ ਹੈਗੀਆਂ। ਸੋ ਇਹ ਸਾਰਾ ਕੁਝ ਜਿਹੜਾ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਅਫੈਕਟ ਕਰਦਾ। ਪਰ ਕਈ ਵਾਰੀ ਇਹ ਤੁਹਾਡਾ ਅਟੈਂਸ਼ਨ ਇਸ਼ੂਜ਼ ਨਹੀਂ, ਤੁਹਾਨੂੰ ਕੋਈ ਲਰਨਿੰਗ ਡਿਸੇਬਿਲਿਟੀ ਨਹੀਂ, ਬਟ ਬੱਚਾ ਜਿਹੜਾ ਜਾਂ ਪੇਸ਼ੈਂਟ ਜਿਹੜਾ ਉਹਦੀ ਆਪਣੀ ਫੈਮਿਲੀ ਸਿਚੁਏਸ਼ਨ, ਘਰ ਦੇ ਹਾਲਾਤ ਇੱਦਾਂ ਦੇ ਨੇ ਕਿ ਉਹਦਾ ਬਿਹੇਵੀਅਰ ਇੱਦਾਂ ਦਾ ਹੋ ਚੁੱਕਾ ਹੈਗਾ, ਜਾਂ ਫਿਰ ਉਹਦੀ ਫੋਕਸ ਅਟੈਂਸ਼ਨ ਖਰਾਬ ਹੋ ਚੁੱਕੀ ਹੈ, ਉਹਦੀ ਖੁਰਾਕ ਇੱਦਾਂ ਦੀ ਹੈ ਜਿਸ ਨਾਲ ਉਹਦੀ ਫੋਕਸ ਅਟੈਂਸ਼ਨ ਖਰਾਬ ਹੋ ਚੁੱਕੀ ਹੈ, ਉਸਦੀ ਨੀਂਦ ਇੱਦਾਂ ਦੀ ਹੈ ਜਿਸ ਨਾਲ ਉਹਦੀ ਫੋਕਸ ਅਟੈਂਸ਼ਨ ਖਰਾਬ ਹੋ ਚੁੱਕੀ ਹੈ। ਬਟ ਬਿਫੋਰ ਗੋਇੰਗ ਆਲ ਦੇਅਰ, ਅਸੀਂ ਹਰ ਸਾਲ ਇਸ ਵਿਸ਼ੇ ਨੂੰ ਡਿਸਕਸ ਕਰਦੇ ਹਾਂ, ਬੈਕ ਟੂ ਸਕੂਲ, ਅਤੇ ਜ਼ਿਆਦਾਤਰ ਆਪਾਂ ਬੈਕ ਟੂ ਸਕੂਲ ਐਂਗਜ਼ਾਇਟੀ ਨੂੰ ਡਿਸਕਸ ਕਰਦੇ ਹਾਂ। ਬਟ ਆਈ ਥਿੰਕ ਇਹ ਬਹੁਤ ਵੱਡਾ, ਜਸਟ ਨਾਟ ਐਂਗਜ਼ਾਇਟੀ, ਬਹੁਤ ਹੋਰ ਚੀਜ਼ਾਂ ਜਿਹੜੀਆਂ ਨੇ ਬੱਚਿਆਂ ਨੂੰ ਇਸ ਸਮੇਂ 'ਚ ਅਫੈਕਟ ਕਰਦੀਆਂ। ਪਰ ਮੈਂ ਇੱਕ ਹੋਰ ਚੀਜ਼ ਨੂੰ ਡਿਸਕਸ ਕਰਨਾ ਚਾਹਾਂਗੀ ਬਿਫੋਰ ਵੀ ਗੋ ਇਨਟੂ ਦੈਟ ਇਜ਼ ਗੋਇੰਗ ਬੈਕ ਟੂ ਸਕੂਲ ਆਫਟਰ ਕੋਵਿਡ ਜੀ। ਕਿਉਂਕਿ ਮੈਂ ਅਗਸਤ 1 ਦੀ ਆਪਣੇ ਓਨਟਾਰੀਓ ਗਵਰਨਮੈਂਟ ਦੀ ਰਿਪੋਰਟ ਪੜ੍ਹ ਰਹੀ ਸੀ। ਦ ਫੂਡ ਗਵਰਨਮੈਂਟ ਇਜ਼ ਆਲਸੋ ਟਰਾਈਂਗ ਟੂ ਇੰਪਲੀਮੈਂਟ ਬੇਸਿਕ ਐਜੂਕੇਸ਼ਨ ਇਨ ਦ ਸਕੂਲ। ਉਹ ਕਹਿੰਦੇ ਜੀ ਬੱਚਾ ਭਾਵੇਂ 5ਵੀਂ 'ਚ ਆ ਰਿਹਾ ਨਾ ਜੀ, ਉਹਨੂੰ ਵੀ ਉਹਦੇ ਬੇਸਿਕਸ ਇਵੈਲੂਏਟ ਕਰੋ, ਵਿਚ ਮੀਨਸ ਕਿ ਉਹ ਜਦੋਂ ਪਹਿਲੇ ਵੀਕ ਕਲਾਸ 'ਚ ਆਏ ਨੇ ਤਾਂ ਉਹਨਾਂ ਦੇ ਮੈਥਮੈਟਿਕਸ ਸਕਿੱਲਸ, ਉਹਨਾਂ ਦੀ ਰੀਡਿੰਗ ਸਕਿੱਲਸ, ਉਹਨਾਂ ਦੀ ਰਾਈਟਿੰਗ ਸਕਿੱਲਸ ਨੂੰ ਇਵੈਲੂਏਟ ਕਰੋ ਜੀ। ਜੇ ਉਹ ਭਾਵੇਂ ਮਿਡਲ ਸਕੂਲ 'ਚ ਵੀ ਆ ਰਹੇ ਨੇ ਤਾਂ ਵੀ ਇਹ ਚੀਜ਼ ਨੂੰ ਕਰੋ। ਇਸ ਨੂੰ ਕਰਨ ਦੀ ਲੋੜ ਕਿਉਂ ਪੈ ਗਈ ਜੀ? ਰਾਈਟ, ਸੋ ਦੇਰ ਇਜ਼ ਅ ਲੈਗਿੰਗ ਆਫ ਐਜੂਕੇਸ਼ਨ ਫਰਮ ਲਾਸਟ, ਜਿਹੜੇ 2000 ਅਸੀਂ ਕਹਿ ਸਕਦੇ 2020 ਤੋਂ ਲੈ ਕੇ 3 ਸਾਲ ਜਿਹੜੇ ਲੰਘੇ ਨੇ। ਜਿਹੜੇ ਬੱਚੇ ਤਾਂ ਚਲੋ ਬਰਾਈਟ ਸੀਗੇ ਉਹ ਕਰ ਗਏ, ਹੈ ਨਾ। ਬਹੁਤ ਸਾਰੇ ਇੱਦਾਂ ਦੇ ਬੱਚੇ ਸੀਗੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਪੈਂਦੀ ਸੀ, ਜਿਹੜੀ ਕਿ ਜਿਵੇਂ 1-to-1 ਹੈਲਪ ਦੀ ਲੋੜ ਪੈਂਦੀ ਸੀਗੀ, ਉਹਨਾਂ ਨੂੰ ਐਕਸਟਰਾ ਕਲਾਸਿਸ ਦੀ ਜ਼ਰੂਰਤ ਪੈਂਦੀ ਸੀ। ਉਹ ਸਾਰਾ ਕੁਝ ਓਮਿਟ ਹੋ ਗਿਆ ਅਤੇ 3 ਸਾਲਾਂ ਦੇ ਵਿੱਚ ਬੱਚੇ ਇੰਨੇ ਕੁ ਪਿੱਛੇ ਪੈ ਗਏ ਕਿ ਉਹਨਾਂ ਦੀ ਬੇਸਿਕ ਐਜੂਕੇਸ਼ਨ ਵੀ ਅਫੈਕਟ ਹੋਣ ਲੱਗੀ ਜੀ। ਦੈਟ ਇਜ਼ ਅਨਦਰ ਮੇਜਰ ਵਾਰਨਿੰਗ ਸਾਈਨ ਕਿ ਦੇ ਵਾਂਟ ਕਿਡਸ ਟੂ ਲਰਨ ਬੇਸਿਕ ਲਾਈਫ ਸਕਿੱਲਸ ਅਤੇ ਬੇਸਿਕ ਐਜੂਕੇਸ਼ਨ। ਸੋ ਸਾਰਿਆਂ ਤੋਂ ਪਹਿਲਾਂ ਤਾਂ ਸਾਨੂੰ ਇਸ ਚੀਜ਼ 'ਤੇ ਧਿਆਨ ਦੇਣ ਦੀ ਲੋੜ ਹੈ ਕਿ ਮੇਰਾ ਬੱਚਾ ਇਮੋਸ਼ਨਲੀ ਕਿੱਥੇ ਹੈ, ਅਤੇ ਇਹ 3 ਸਾਲਾਂ 'ਚ ਕਿਤੇ ਉਹ ਮਤਲਬ ਐਕੈਡੈਮਿਕਲੀ ਰੁਲ ਤੇ ਨਹੀਂ ਗਿਆ ਜੀ, ਉਹ ਆਪਣੇ ਬੇਸਿਕਸ ਨੂੰ ਭੁੱਲ ਤੇ ਨਹੀਂ ਗਿਆ, ਉਹ ਆਪਣੇ ਮੈਥਮੈਟਿਕਸ, ਜੇ ਉਹ ਬਹੁਤ ਅੱਛਾ ਪਰਫਾਰਮਰ ਸੀਗਾ ਅਤੇ ਹੁਣ ਉਹਨੂੰ ਮੈਥ ਸਮਝ ਨਹੀਂ ਆਉਂਦਾ ਪਿਆ ਹੈਗਾ ਬਿਕੋਜ਼ ਦੇਰ ਆਰ ਗੈਪਸ। ਕਿਉਂਕਿ ਮੈਥ ਜਿਹੜਾ ਜੀ ਉਹ ਲੈਵਲ ਵਾਈਜ਼ ਚੱਲਦਾ
ਜੀ ਗ੍ਰੇਡ ਵਾਈਜ਼ ਲੈਵਲ ਚੇਂਜ ਹੁੰਦਾ ਹੈਗਾ। ਸੋ ਪਿਛਲੇ 3 ਸਾਲਾਂ ਦੇ ਅੰਦਰ ਜੇ ਉਹਦੇ ਐਜੂਕੇਸ਼ਨ ਦੇ ਅੰਦਰ ਗੈਪ ਆ ਗਏ ਨੇ ਤਾਂ ਉਹਨੂੰ ਮਿਡਲ ਸਕੂਲ ਜਾਂ ਫਿਰ ਹਾਈ ਸਕੂਲ ਦੀ ਮੈਥਮੈਟਿਕਸ ਸਮਝ ਨਹੀਂ ਆਉਣੀ ਤੇ ਉਹਨਾਂ ਗੈਪਸ ਨੂੰ ਕਵਰ ਕਰਨਾ ਬੜਾ ਜ਼ਰੂਰੀ ਹੈ। ਐਂਡ ਇਟਸ ਅ ਵੈਰੀ ਗੁੱਡ ਉਪਰਾਲਾ ਬਾਈ ਦ ਗਵਰਨਮੈਂਟ ਕਿ ਇਫ ਦੇ ਆਰ ਇਵੈਲੂਏਟਿੰਗ ਐਵਰੀ ਚਾਈਲਡ ਕਮਿੰਗ ਬੈਕ ਟੂ ਸਕੂਲ, ਨਾਟ ਓਨਲੀ ਦੈਟ, ਇਸ ਤੋਂ ਇਲਾਵਾ ਇੱਕ ਹੋਰ 2 ਚੀਜ਼ਾਂ ਜਿਹੜੀਆਂ ਉਹਨਾਂ ਨੇ ਮੇਨ ਕਿਹਾ ਹੈ ਵੀ ਜਦੋਂ ਵੀ ਬੱਚੇ ਵਾਪਸ ਆਉਂਦੇ ਨੇ ਇਹ ਇਵੈਲੂਏਟ ਹੋਣੀਆਂ ਚਾਹੀਦੀਆਂ ਤੇ ਦੂਸਰੀ ਚੀਜ਼ ਹੈਗੀ ਹੈ ਕਿ ਉਹਨਾਂ ਦੀਆਂ ਲਾਈਫ ਸਕਿੱਲਸ, ਐਂਗਜ਼ਾਈਟੀ ਮੈਨੇਜਮੈਂਟ ਸਕਿੱਲ, ਬਿਹੇਵੀਅਰਲ ਇਸ਼ੂਜ਼ ਜੇ ਆ ਗਏ ਆ, ਕੋਈ ਤੁਹਾਨੂੰ ਬੁਲੀ ਕਰ ਰਿਹਾ, ਕੋਈ ਤੁਹਾਨੂੰ ਤੰਗ ਕਰ ਰਿਹਾ, ਇਹਨਾਂ ਨੂੰ ਤੁਸੀਂ ਕਿੱਦਾਂ ਮੈਨੇਜ ਕਰਦੇ ਹੈਗੇ ਹੋ। ਇਹ 2 ਮੇਨ ਫੈਕਟਰਸ ਉਹਨਾਂ ਨੇ ਬਾਕੀ ਪੜ੍ਹਾਈ ਨੂੰ ਪਾਸੇ ਛੱਡ ਕੇ ਬੇਸਿਕਸ ਨੂੰ ਤੇ ਇਹ ਚੀਜ਼ਾਂ ਨੂੰ ਅੱਗੇ ਲਿਆਂਦਾ, ਵਿਚ ਇਜ਼ ਅ ਵੈਰੀ ਗੁੱਡ, ਆਈ ਵੁੱਡ ਸੇ ਇਜ਼ ਇੰਪੋਰਟੈਂਟ। ਤੇ ਉਦਾਂ ਹੀ ਸਾਡਾ ਵੀ ਉਨਾ ਹੀ ਰੋਲ ਬਣ ਜਾਂਦਾ ਕਿ ਫਿਰ ਅਸੀਂ ਘਰਾਂ ਦੇ ਵਿੱਚ ਵੀ ਇਹ ਚੀਜ਼ ਨੂੰ ਮੋਨੀਟਰ ਕਰੀਏ। ਪਰ ਵੱਡਾ ਸਵਾਲ ਇੱਥੇ ਇਹ ਹੈ ਵੀ ਕੀ ਟੀਚਰਸ ਤਿਆਰ ਹੋਣਗੇ? ਹਾਂਜੀ, ਯੂ ਆਰ ਰਾਈਟ। ਇੱਥੇ ਇੱਕ ਹੋਰ ਚੀਜ਼ ਹੈਗੀ ਹੈ, ਮੈਂ ਇਹ ਵੀ ਇੱਕ ਚੀਜ਼ ਸਟੱਡੀ ਕਰ ਰਹੀ ਸੀ ਕਿ ਟੀਚਰਸ ਛੁੱਟੀਆਂ ਮਾਰ ਰਹੇ ਨੇ ਜੀ, ਟੀਚਰਸ ਆਰ ਕੁਇਟਿੰਗ, ਟੀਚਰਸ ਆਰ ਟੇਕਿੰਗ ਮੋਰ ਟਾਈਮ ਆਫ ਬਿਕਾਜ਼ ਉਹ ਵੀ ਨਾਟ ਓਨਲੀ ਬੱਚੇ ਇਸ ਐਪੀਸੋਡ ਦੇ ਵਿੱਚ ਦੀ ਲੰਘੇ ਨੇ ਦ ਗੈਪਸ, ਉਹ ਟੀਚਰਸ ਦਾ ਵੀ ਜਿਹੜਾ ਰਿਲੇਸ਼ਨਸ਼ਿਪ ਬਿਟਵੀਨ ਕਿਡਸ ਐਂਡ ਟੀਚਰ ਜਿਹੜਾ ਉਹਦੇ ਅੰਦਰ ਵੀ ਗੈਪਸ ਪਏ ਨੇ। ਦੂਸਰੇ ਪਾਸੇ ਜਿਹੜੀਆਂ ਪ੍ਰੋਬਲਮਸ ਬੱਚੇ ਫੇਸ ਕਰ ਰਹੇ ਨਾ ਉਦੋਂ ਕਿਤੇ ਵੱਧ ਪ੍ਰੋਬਲਮ ਜਿਹੜੇ ਟੀਚਰ ਫੇਸ ਕਰ ਰਹੇ ਨੇ। ਯੈਸ, ਬਟ ਜਿਹੜੀਆਂ ਟੀਚਰਸ ਨੇ ਉਹਨਾਂ ਵਾਸਤੇ ਵੀ ਇਹਨਾਂ ਨੇ ਪ੍ਰੋਗਰਾਮਸ ਰੱਖੇ ਨੇ ਜਿਨ੍ਹਾਂ ਨੂੰ ਕਹਿੰਦੇ ਤੁਹਾਡੇ ਆਪਣੇ ਲੈਵਲ ਦੇ ਵਾਸਤੇ ਕੀ ਤੁਸੀਂ ਐਸ ਪਰਫਾਰਮੈਂਸ ਲਈ ਰੈਡੀ ਹੈਗੇ ਹੋ। ਉਹਨਾਂ ਦੀ ਐਜੂਕੇਸ਼ਨ ਸਕਿੱਲਸ ਨੂੰ ਰੀਇਵੈਲੂਏਟ ਕੀਤਾ ਗਿਆ। ਇਹ ਨਹੀਂ ਕਿ ਜਿਹੜਾ ਟੀਚਰ ਪਿਛਲੇ ਸਾਲ ਪੜ੍ਹਾ ਰਿਹਾ ਸੀ ਉਹਨੂੰ ਬਸ ਅਗਲੇ ਲਾ ਲਓ, ਉਹਨਾਂ ਦੀਆਂ ਰੀਇਵੈਲੂਏਸ਼ਨਸ ਹੋਈਆਂ। ਦਿਸ ਆਲਸੋ ਸਟੱਡੀ ਆਈ ਰੈਡ ਕਿ ਦੇ ਆਰ ਵਰਕਿੰਗ ਰੀਅਲੀ ਹਾਰਡ ਔਨ ਬ੍ਰਿੰਗਿੰਗ ਕਿਡਸ ਬੈਕ ਟੂ ਸਕੂਲ। ਤੀਸਰਾ ਇੱਕ ਹੋਰ ਮਸਲਾ ਕੀ ਆ ਰਿਹਾ ਕਿ ਹਾਲੇ ਵੀ ਜਿਹੜੀ ਰਿਮੋਟ ਲਰਨਿੰਗ ਇਹਨਾਂ ਨੇ ਪਾਈ ਸੀ ਐਜੂਕੇਸ਼ਨ ਸਿਸਟਮ ਦੇ ਅੰਦਰ, ਸਮ ਕਿਡਸ ਐਂਡ ਸਮ ਪੇਰੈਂਟਸ ਉਹਨੂੰ ਛੱਡਣਾ ਨਹੀਂ ਚਾਹੁੰਦੇ ਜੀ। ਕਈ ਬੱਚੇ ਜਿਹੜੇ ਸੀ, ਜਿਵੇਂ ਹੋ ਸਕਦਾ ਕੋਈ ਬੁਲੀ ਦਾ ਸ਼ਿਕਾਰ ਬੱਚਾ ਹੋਵੇ, ਕੋਈ ਇਸ ਤਰ੍ਹਾਂ ਦਾ ਬੱਚਾ ਹੋਵੇ ਜਿਹੜਾ ਕਿ ਸੋਸ਼ਲ ਐਂਗਜ਼ਾਇਟੀ ਦਾ ਗ੍ਰਸਤ ਸੀਗਾ ਤੇ ਉਹ ਸਕੂਲ 'ਚ ਪਰਫਾਰਮ ਹੀ ਨਹੀਂ ਸੀ ਕਰ ਪਾਉਂਦਾ, ਉਹ ਅੱਧਾ ਸਕੂਲ ਈਅਰ ਗਾਇਬ ਹੀ ਰਹਿੰਦਾ ਸੀ ਤੇ ਉਹ ਬੱਚਾ ਹੁਣ 3 ਸਾਲਾਂ ਦੇ ਵਿੱਚ ਬਹੁਤ ਸੋਹਣਾ ਪੜ੍ਹਾਈ ਕਰਨ ਲੱਗ ਗਿਆ। ਹੁਣ ਉਹ ਬੱਚਾ ਸਕੂਲ ਜਿਹੜਾ ਹੈ ਉਹ ਜਾਣਾ ਨਹੀਂ ਚਾਹੁੰਦਾ, ਉਹ ਚਾਹੁੰਦਾ ਵੀ ਮੈਂ ਰਿਮੋਟ ਲਰਨਿੰਗ 'ਚ ਹੀ ਰਵਾਂ ਤੇ ਉਹਦੇ ਪੇਰੈਂਟਸ ਦੀ ਵੀ ਇੰਟੈਲੀਜੈਂਸ ਇਹੀ ਰਹੂਗੀ ਵੀ ਉਹ ਰਿਮੋਟ ਲਰਨਿੰਗ 'ਚ ਰਵੇ। ਬਟ ਆਪਾਂ ਇਹ ਸੋਚੀਏ ਵੀ ਕੀ ਇਹ ਲੌਂਗ ਰਨ ਦੇ ਵਿੱਚ ਚੰਗਾ? ਇਵੈਂਚੁਅਲੀ ਬੱਚੇ ਨੇ ਨਿਕਲ ਕੇ ਐਜੂਕੇਟ ਹੋ ਕੇ ਵਰਕਫੋਰਸ ਤਾਂ ਜਾਣਾ ਹੀ ਹੈ, ਸਟਿਲ ਹੈਵ ਟੂ ਫੇਸ ਦ ਵਰਲਡ। ਇਹਦਾ ਮਤਲਬ ਹੈ ਕਿ ਉਹ ਟ੍ਰਾਂਜੀਸ਼ਨ ਹੋਣਾ ਵੀ ਜ਼ਰੂਰੀ ਹੈ, ਵੀ ਦੇ ਸ਼ੁਡ ਕਮ ਆਊਟ ਆਫ ਦੈਟ। ਉਹਦੇ ਚ ਮਾਪਿਆਂ ਦੀ ਇੱਕ ਅਲੱਗ ਦੁਬਿਧਾ ਹੈ ਕਿ ਜੋ ਹਾਲਾਤ ਬਾਹਰ ਸਕੂਲਾਂ ਦੇ ਨੇ, ਜੋ ਖਬਰਾਂ ਆਉਂਦੀਆਂ ਨੇ, ਉਹ ਬੱਚਿਆਂ ਦੀ ਸੇਫਟੀ ਵੱਲ ਜਿਹੜਾ ਉਹ ਜ਼ਿਆਦਾ ਕੰਸਰਨਡ ਨੇ। ਉਹ ਇਸ ਕਰਕੇ ਇਹ ਸੋਚਦੇ ਨੇ ਕਿ ਚਲੋ ਘੱਟੋ ਘੱਟ ਬੱਚਾ ਜਿਹੜਾ ਘਰਾਂ ਦੇ ਵਿੱਚ ਤਾਂ ਸੇਫ ਤੇ ਹੈਗਾ, ਪੜ੍ਹਦਾ ਰਿਹਾ, ਸੇਫ ਤਾਂ ਹੈ। ਅੱਜ ਕੱਲ ਬਹੁਤੇ ਲੋਕ ਜਿਹੜੇ, ਕਿਉਂਕਿ ਸਾਡੇ ਮਾਪਿਆਂ ਦਾ ਜਿਹੜਾ ਸੀਗਾ ਉਹ ਜ਼ੋਰ ਹੁੰਦਾ ਸੀ ਵੀ ਬੱਚਾ ਪੜ੍ਹ ਲਿਖ ਜਾਵੇ ਤਾਂ ਕਿ ਉਹਦਾ ਭਵਿੱਖ ਜਿਹੜਾ ਆ ਉਹ ਵਧੀਆ ਬਣੇ। ਪਰ ਜੋ ਹਾਲਾਤ ਬਾਹਰ ਨੇ, ਜਿਹੋ ਜਿਹਾ ਨਸ਼ੇ, ਜਿਹੋ ਜਿਹਾ ਗੈਂਗਿਜ਼ਮ, ਸਾਰਾ ਕੁਛ ਆ ਜੀ, ਸੋ ਮਾਪੇ ਜਿਹੜੇ ਨੇ ਵੀ ਬੱਚਾ ਜਿਹੜਾ ਆ ਘੱਟੋ ਘੱਟ ਜਿੰਦਾ ਤਾਂ ਰਵੇ। ਮਾਪਿਆਂ ਦੇ ਮਨ ਦੇ ਵਿੱਚ ਜਿਹੜਾ ਡਰ ਬੈਠਾ ਨਾ, ਐਕਚੁਅਲੀ ਜਿਹੜਾ ਇਹ ਫੋਰਡ ਸਰਕਾਰ ਦਾ ਨਾ ਇਹ ਕਾਫੀ ਜ਼ਿਆਦਾ ਚੈਲੰਜਿੰਗ ਆ। ਪਰ ਜਦੋਂ ਟੀਚਰਸ ਨੂੰ ਕਹਿੰਦੇ ਨੇ ਕਿ ਤੁਸੀਂ ਭਾਈ ਆਹ ਚੀਜ਼ਾਂ ਜਿਹੜੀਆਂ ਸਿਖਾਉਣੀਆਂ ਨੇ, ਉਹ ਕਹਿੰਦੇ ਪਹਿਲਾਂ ਪੈਸੇ ਕੱਢੋ। ਨਾਟ ਓਨਲੀ ਪੈਸੇ ਕੱਢੋ, ਪਿਛਲੇ ਪਾਸੇ ਵਰਕਫੋਰਸ ਨਹੀਂ ਹੈਗੀ, ਉਹਦੇ ਟੀਚਰ ਨਹੀਂ ਹੈਗੇ। ਹਾਂ, ਉਹ ਅਲੱਗ-ਅਲੱਗ ਬਹਾਨੇ ਨੇ, ਸਰਕਾਰ ਦੇ ਅਲੱਗ ਬਹਾਨੇ ਨੇ, ਟੀਚਰ ਯੂਨੀਅਨ ਦੇ ਅਲੱਗ ਬਹਾਨੇ ਨੇ। ਉਹ ਕਹਿੰਦੇ ਅਸੀਂ ਸਟ੍ਰਾਈਕ ਕਰਕੇ ਬੈਠਾਂਗੇ। ਸੋ ਅੱਜ ਕੱਲ੍ਹ ਕੀ ਹੈ ਕਿ ਹਰ ਇੱਕ ਵਿਅਕਤੀ ਜਿਹੜਾ ਹੈ ਜੀ ਉਹੋ ਜਿਹੀਆਂ ਸਿਸਟਮ ਜਿਹੜਾ ਇੱਕ ਇਹੋ ਜਿਹਾ ਡਿਵੈਲਪ ਹੋ ਚੁੱਕਾ ਕਿ ਉਹਦੇ ਵਿੱਚ ਇੰਨਾ ਕੁ ਫਸਿਆ ਆ ਕਿ ਜਿਹੜਾ ਮਾਨਸਿਕ ਰੋਗ ਦਾ ਇਲਾਜ ਕਰਨ ਵਾਲਾ ਵੀ ਮਾਨਸਿਕ ਰੋਗੀ ਬਣ ਚੁੱਕਾ। ਬਿਲਕੁਲ, ਯੂ ਆਰ ਰਾਈਟ। ਐਂਡ ਨਾਓ ਕਮਿੰਗ ਬੈਕ ਟੂ ਕਿ ਜੇ ਮਸਲੇ ਚੱਲ ਰਹੇ ਨੇ, ਪੇਰੈਂਟਸ ਨੂੰ ਕੀ ਕਰਨਾ ਹੈ? ਇਹਨਾਂ ਚੀਜ਼ਾਂ ਨੂੰ ਖੁਦ ਇਵੈਲੂਏਟ ਕਰਨਾ ਹੈ। ਘਰਾਂ ਦੇ ਵਿੱਚ ਜੇ ਇਹ ਮਸਲੇ, ਜੇ ਇਹ ਚੀਜ਼ਾਂ ਇੰਨੇ ਵੱਡੇ ਪੱਧਰ ਤੇ ਡਿਸਕਸ ਹੋ ਰਹੀਆਂ ਤੇ ਹੋ ਰਹੀਆਂ ਨੇ, ਇਹ ਪ੍ਰੋਬਲਮਸ ਹੋ ਰਹੀਆਂ, ਸੋ ਕੀ ਮੇਰੇ ਬੱਚੇ ਦੀ ਐਜੂਕੇਸ਼ਨ 'ਚ ਗੈਪਸ ਆ ਰਹੇ ਨੇ? ਠੀਕ ਹੈ, ਜੇ ਉਹ ਚੀਜ਼ ਤੁਸੀਂ ਨੋਟਿਸ ਕਰ ਰਹੇ ਹੋ, ਉਹਦੀ ਰਿਪੋਰਟ ਕਾਰਡ ਇਫੈਕਟ ਹੋ ਰਹੀ ਹੈ, ਤਾਂ ਇਹ ਦੇਖਣਾ ਹੈ ਕਿ ਕੀ ਉਹ ਮੈਂਟਲੀ ਤੰਦਰੁਸਤ ਹੈ, ਦੈਟ ਇਜ਼ ਕਾਜ਼ਿੰਗ ਇਟ, ਜਾਂ ਫਿਰ ਉਹਨੂੰ ਐਕੈਡੈਮਿਕ ਹੈਲਪ ਦੀ ਜ਼ਰੂਰਤ ਹੈ ਜਿਹੜੀ ਕਿ ਉਹ ਗੈਪਸ ਨੂੰ ਪੂਰੀ ਕਰ ਸਕੇ। ਜੀ ਠੀਕ ਹੈ, ਦੇयर ਕੁਡ ਬੀ 2 ਡਿਫਰੈਂਟ ਰੀਜ਼ਨ। ਸੋ ਜਿਹੜੀ ਐਕੈਡੈਮਿਕ ਹੈਲਪ ਦੀ ਰੋਲ ਹੈ ਉਹ ਆਬਵੀਅਸਲੀ ਤੁਹਾਨੂੰ ਪਤਾ ਹੈ, ਦੇयर ਆਰ ਸੋ ਮੈਨੀ ਹੈਲਪਸ। ਤੁਸੀਂ ਟਿਊਟਰਿੰਗ ਕਰਾ ਸਕਦੇ ਹੋ, 1-on-1 ਹੈਲਪ ਬੱਚੇ ਨੂੰ ਦਵਾ ਸਕਦੇ ਹੋ ਤਾਂ ਕਿ ਉਹਦੇ ਗੈਪ ਪੂਰੇ ਹੋ ਜਾਣ। ਪਰ ਜੇ ਉਹ ਇਮੋਸ਼ਨਲੀ ਡਿਸਟਰੈਸ ਹੋ ਚੁੱਕਾ ਇਸ ਚੀਜ਼ ਨੂੰ ਲੈ ਕੇ, ਤਾਂ ਫਿਰ ਉਸ ਨੂੰ ਵੀ ਇਵੈਲੂਏਟ ਕਰਕੇ, ਉਹਦੀ ਸਾਈਕੋ ਅਸੈਸਮੈਂਟ ਕਰਕੇ ਉਸ ਨੂੰ ਟਰੀਟ ਕਰਨਾ ਜ਼ਰੂਰੀ ਹੈ। ਸੋ ਨਾਓ ਕਮਿੰਗ ਬੈਕ ਟੂ ਆਲ ਆਰ ਚੈਲੰਜਸ, ਕਿ ਜਿਵੇਂ ਸਾਰਾ ਤੋਂ ਵੱਡਾ ਚੈਲੰਜ ਆਪਾਂ ਜੇ ਇੱਥੋਂ ਹੀ ਲੈ ਲਈਏ ਵੀ ਬੱਚੇ ਦੀ ਮੈਂਟਲ ਹੈਲਥ, ਐਂਗਜ਼ਾਇਟੀ। ਸੋ ਐਂਗਜ਼ਾਇਟੀ ਕੁਡ ਬੀ ਕਿ ਉਹਨੇ, ਕਈ ਬੱਚੇ ਇਦਾਂ ਦੇ ਸੀਗੇ ਜਿਨ੍ਹਾਂ ਨੇ 2020 'ਚ ਪਹਿਲੇ ਸਾਲ ਸਕੂਲ ਜਾਣਾ ਸੀ, ਉਹ ਛੋਟੇ ਬੱਚੇ 4 ਸਾਲ ਦੇ ਅੱਜ 7 ਸਾਲ ਦੇ ਹੋ ਗਏ। 7 ਸਾਲ ਦਾ ਬੱਚਾ ਜਿੰਨੇ ਹਾਲੇ ਸਕੂਲ ਦੇਖਿਆ ਹੀ ਨਹੀਂ,
ਸੋ ਆਬਵੀਅਸਲੀ ਉਹਦੀ ਸੋਸ਼ਲ ਐਂਗਜ਼ਾਇਟੀ ਹੋਏਗੀ। ਐਗਜ਼ੈਕਟਲੀ। ਆਬਵੀਅਸਲੀ ਉਹਨੂੰ ਪਹਿਲੇ ਸਾਲ ਸਕੂਲੇ ਜਾਣਾ ਡਿਫਿਕਲਟ ਲੱਗੇਗਾ, ਸੋ ਉਹਦੀ ਰਾਤਾਂ ਦੀ ਨੀਂਦ ਉੱਡੇਗੀ। ਜਾਂ ਫਿਰ ਉਹ ਅੱਜ ਇੱਕ ਬੱਚਾ ਦੇਖੋ, ਆਪਾਂ ਜਦੋਂ ਗੱਲ ਕਰਦੇ ਸੀਗੇ ਬੈਕ ਟੂ ਸਕੂਲ ਐਂਗਜ਼ਾਇਟੀ ਦੀ, ਤਾਂ 4 ਸਾਲ ਦੇ ਬੱਚੇ ਜਦੋਂ ਸਕੂਲੇ ਜਾਂਦੇ ਆਪਾਂ ਕਹਿੰਦੇ ਸੀ ਉਹਨਾਂ 'ਚ ਸੈਪਰੇਸ਼ਨ ਐਂਗਜ਼ਾਇਟੀ ਆਉਂਦੀ ਹੈ ਜੀ, ਕਿਉਂਕਿ ਉਹ 4 ਸਾਲ ਆਪਣੀ ਮਾਂ ਦੇ ਨਾਲ ਰਹੇ ਹੁੰਦੇ ਆ। ਜਿੰਨਾ ਛੋਟਾ ਬੱਚਾ ਟ੍ਰੇਨ ਹੋ ਜਾਏ ਉਹਨਾਂ ਉਹਦੇ ਲਈ ਈਜ਼ੀ ਹੁੰਦਾ ਟੂ ਸੈਪਰੇਟ, ਤੇ ਜਿੰਨਾ ਜ਼ਿਆਦਾ ਲੰਬਾ ਸਮਾਂ ਉਹ ਮਾਂ ਦੇ ਨਾਲ ਰਵੇ ਉਨਾ ਹੀ ਜ਼ਿਆਦਾ ਹੀ ਘਰੋਂ ਬਾਹਰ ਨਾ ਨਿਕਲੇ ਉਨਾ ਹੀ ਜ਼ਿਆਦਾ ਉਹਦੀ ਐਂਗਜ਼ਾਇਟੀ ਵੱਧ ਜਾਏਗੀ। ਸੋ ਹੁਣ ਉਹ ਬੱਚੇ ਜਿਹੜੇ 7 ਸਾਲਾਂ 'ਚ ਸਕੂਲ ਜਾ ਰਹੇ ਨੇ, 8 ਸਾਲਾਂ 'ਚ ਸਕੂਲ ਜਾ ਰਹੇ ਨੇ, ਉਹਨਾਂ ਵਾਸਤੇ ਸੋਸ਼ਲ ਐਂਗਜ਼ਾਇਟੀ ਐਂਡ ਸੈਪਰੇਸ਼ਨ ਐਂਗਜ਼ਾਇਟੀ ਜਿਹੜੀ ਆ ਉਹ ਜ਼ਿਆਦਾ ਹੈਗੀ ਹੈ ਜੀ, ਜਿਹਦੇ 'ਚ ਬੱਚੇ ਨੂੰ ਛੱਡ ਕੇ ਆਉਣਾ ਤੇ ਬੱਚੇ ਨੇ ਪਹਿਲੀ ਤਾਂ ਰਾਤ ਹੀ ਨਹੀਂ ਸੌਣਾ ਵੀ ਸਵੇਰੇ ਸਕੂਲ ਜਾਣਾ ਹੈ ਨਾ, ਉਹਨੇ ਰਾਤ ਹੀ ਰੋਈ ਜਾਣਾ। ਫਿਰ ਸਵੇਰੇ ਕੀ ਹੁੰਦਾ, ਉੱਠਦਿਆਂ ਸਾਰ ਜੇ ਬੱਚੇ ਨੂੰ ਨਾਸ਼ਤਾ ਦਿੱਤਾ ਤਾਂ ਉਹਨੂੰ ਵੇਖ ਕੇ ਵੱਤ ਆਉਣ ਲੱਗ ਜਾਣਗੇ ਉਲਟੀ ਕਿ ਮੈਂ ਨਹੀਂ ਖਾ ਸਕਦਾ। ਮਾਂ ਪਿਓ ਆ ਕੇ ਕਹਿੰਦੇ ਨੇ ਜੀ ਇਹਨੂੰ ਭੁੱਖ ਦੀ ਦਵਾਈ ਦੇ ਦਿਓ, ਇਹਨੂੰ ਭੁੱਖ ਨਹੀਂ ਲੱਗਦੀ ਕਿਉਂਕਿ ਸਵੇਰ ਨੂੰ ਇਹ ਕੁਝ ਖਾ ਕੇ ਨਹੀਂ ਜਾਂਦਾ ਜੀ। ਪਰ ਇਹ ਨਹੀਂ ਧਿਆਨ ਦਿੰਦੇ ਵੀ ਜਦੋਂ ਹੀ ਉਹਦੇ ਅੱਗੇ ਤੁਸੀਂ ਫੂਡ ਕਰਦੇ ਹੋ ਸੁੰਘਦੇ ਵੱਤ ਲੈਂਦਾ, ਉਹ ਪਹਿਲਾਂ ਹੀ ਕਹਿ ਦਿੰਦਾ ਵੀ ਪਰੇ ਕਰ ਲਓ, ਜਾਂ ਉਹ ਸਵੇਰ ਨੂੰ ਜਦੋਂ ਟੂਥਬ੍ਰਸ਼ ਜਾਂ ਪੇਸਟ ਕਰਨ ਦੀ ਕੋਸ਼ਿਸ਼ ਕਰਦਾ ਉਦੋਂ ਹੀ ਵੱਤ ਲੈ ਰਿਹਾ ਹੁੰਦਾ ਹੈ ਜੀ। ਰੋ ਕੇ ਉੱਠਦਾ, ਉੱਠਣ ਨੂੰ ਉਹਦਾ ਮਨ ਨਹੀਂ ਕਰਦਾ, ਅਸੀਂ ਘਸੀਟ ਕੇ ਉਹਨੂੰ ਬਿਸਤਰੇ ਚੋਂ ਕੱਢਦੇ ਹੈਗੇ ਆ, ਫਿਰ ਉਹਨੂੰ ਰੋਂਦੇ ਨੂੰ ਸਕੂਲੇ ਛੱਡ ਕੇ ਆਉਂਦੇ ਹੈਗੇ ਆ। ਐਂਡ ਇਹ ਸਾਰੀਆਂ ਚੀਜ਼ਾਂ, ਔਰ ਘਰ ਆ ਕੇ ਵੀ ਉਹ ਫਿਰ ਐਕਸਾਈਟਿਡ ਨਹੀਂ ਹੈਗਾ, ਖੁਸ਼ ਨਹੀਂ ਹੈਗਾ, ਹੈਪੀ ਨਹੀਂ ਹੈਗਾ, ਕਮਿੰਗ ਬੈਕ ਟੂ ਸਕੂਲ ਮਾਪਿਆਂ ਨੂੰ ਦੇਖ ਕੇ ਵੀ ਖੁਸ਼ ਨਹੀਂ ਹੈਗਾ ਕਿਉਂਕਿ ਹੌਲੀ ਹੌਲੀ ਉਹ ਉਸ ਸੈਡ ਫੇਜ਼ ਦੇ ਵਿੱਚ ਜਾ ਰਿਹਾ ਹੈਗਾ ਜੀ। ਇਹ ਆਪਾਂ ਛੋਟੇ ਬੱਚਿਆਂ ਦੀ ਗੱਲ ਕੀਤੀ ਹੈ ਜੇ ਉਹ ਪਹਿਲੇ ਸਾਲ ਸਕੂਲ 'ਚ ਜਾ ਰਹੇ ਹੈਗੇ। ਕਈ ਬੱਚੇ ਜਿਹੜੇ ਆਪਾਂ ਕਹਿ ਸਕਦੇ ਐਲੀਮੈਂਟਰੀ ਸਕੂਲ 'ਚ ਨੇ ਜਾਂ ਮਿਡਲ ਸਕੂਲ 'ਚ ਨੇ ਕਿ ਉਹ ਆਲਰੇਡੀ ਬੁਖਾਰ ਨਾਲ ਮਤਲਬ ਗ੍ਰਸਤ ਹੋ ਰਹੇ ਨੇ ਵੀ ਮੈਂ ਬੈਕ ਟੂ ਸਕੂਲ ਹੈ, ਤਾਂ ਹੋ ਸਕਦਾ ਹੈ ਕਿ ਉਹਨਾਂ ਦੀ ਸੋਸ਼ਲ ਐਂਗਜ਼ਾਇਟੀ ਹੋਵੇ, ਉਹਨਾਂ ਦੀ ਕੋਈ ਪਰਫਾਰਮੈਂਸ ਐਂਗਜ਼ਾਇਟੀ ਹੋਵੇ, ਉਹਨਾਂ ਦੀ ਕੋਈ ਬੁਲਿੰਗ ਸਕੂਲ ਦੇ ਵਿੱਚ ਚੱਲਦੀ ਹੋਵੇ ਜਿਹੜੀ ਕਿ ਕਈ ਵਾਰੀ ਬੱਚਿਆਂ ਤੇ ਮਾਪਿਆਂ ਦੇ ਅੰਦਰ ਕਮਿਊਨੀਕੇਸ਼ਨ ਗੈਪ ਇੰਨਾ ਜ਼ਿਆਦਾ ਹੁੰਦਾ ਕਿ ਬੱਚਾ ਸੋਚਦਾ ਵੀ ਮਾਪਿਆਂ ਨੂੰ ਦੱਸਾਂਗਾ ਤੇ ਉਹਨਾਂ ਨੂੰ ਸਮਝ ਹੀ ਨਹੀਂ ਆਉਣੀ। ਐ ਮੈਂ ਖੁਦ ਵੀ ਐਕਸਪੀਰੀਅੰਸ ਕਰਦੀ ਹਾਂ ਆਪਣੇ ਕਲੀਨਿਕ ਦੇ ਵਿੱਚ ਵੀ ਕਿ ਬੱਚੇ ਆ ਕੇ ਕਹਿਣਗੇ ਸ਼ੀ ਵੋਂਟ ਅੰਡਰਸਟੈਂਡ ਵੀ ਮਾਂ ਨੂੰ ਨਾਲ ਬੈਠੀ ਹੋਏਗੀ, ਔਰ ਇਹ ਵੀ ਹੈ ਕਿ ਉਹ ਮਾਪਿਓ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈ ਤਾਂ ਬੱਚਾ ਸਾਹਮਣੇ ਕਹਿੰਦਾ ਜੀ ਸ਼ੀ ਵੋਂਟ ਅੰਡਰਸਟੈਂਡ। ਈਵਨ ਮੈਂ ਇਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂ ਵੀ ਮੈਨੂੰ ਬੁਲੀ ਕਰਦਾ ਜਾਂ ਮੈਨੂੰ ਐਂਗਜ਼ਾਇਟੀ ਹੁੰਦੀ ਹੈ, ਮੈਨੂੰ ਘਬਰਾਹਟ ਹੁੰਦੀ ਹੈ, ਜਾਂ ਮੇਰਾ ਦਿਲ ਦੀ ਧੜਕਣ ਵੱਧਦੀ ਹੈ, ਜਾਂ ਮੈਨੂੰ ਜੋ ਕੁਝ ਵੀ ਹੁੰਦਾ ਇਹਨੂੰ ਸਮਝ ਨਹੀਂ ਆਉਂਦੀ, ਮੈਂ ਇਹਨੂੰ ਸਮਝਾਉਂਦੀ ਇਹਨੂੰ ਸਮਝ ਨਹੀਂ ਆਉਂਦੀ। ਸੋ ਉੱਥੇ ਇੱਕ ਗੈਪ ਹੈਗਾ, ਪਰ ਉਸ ਗੈਪ ਨੂੰ ਮੈਂ ਇਹ ਤਾਂ ਦੇਖ ਰਹੀ ਹਾਂ ਵੀ ਮੇਰਾ ਬੱਚਾ ਅਨਈਜ਼ੀ ਹੈ ਜੀ, ਮੇਰਾ ਬੱਚਾ ਚਿੜਚਿੜਾ ਹੈ, ਮੇਰਾ ਬੱਚਾ ਮੇਰੇ ਨਾਲ ਖਿਜ ਰਿਹਾ ਹੈ, ਮੇਰਾ ਬੱਚਾ ਸੌਂ ਨਹੀਂ ਰਿਹਾ, ਮੇਰਾ ਬੱਚਾ ਖਾ ਨਹੀਂ ਰਿਹਾ। ਸੀ ਜਿੰਨੇ ਵੀ ਐਜੂਕੇਟਡ ਜਾਂ ਅਨਐਜੂਕੇਟਡ ਹੈਗੇ ਆ ਦੈਟ ਡਜ਼ਨਟ ਮੈਟਰ, ਇੱਕ ਮਾਂ ਪਿਓ ਹੈ ਤਾਂ ਜੱਜ ਕਰ ਹੀ ਲੈਂਦਾ, ਠੀਕ ਹੈ ਜੀ। ਸੋ ਜੇ ਅਸੀਂ ਇਹ ਚੀਜ਼ ਅਸੈਸ ਕਰ ਰਹੇ ਹਾਂ ਕਿ ਇਹ ਮੇਰੇ ਬੱਚੇ 'ਚ ਹੈ ਤਾਂ ਉਹਨੂੰ ਅਵੈਲੂਏਟ ਕਰਨਾ ਜ਼ਰੂਰੀ ਹੈ, ਉਸ ਨੂੰ ਟਰੀਟ ਕਰਨਾ ਜ਼ਰੂਰੀ ਹੈ। ਹੁਣ ਇੱਥੇ ਦੋਨੇ ਸਾਈਡਾਂ ਨੇ ਜੀ, ਇੱਕ ਬੁਲੀ ਕਰਨ ਵਾਲਾ ਬੱਚਾ, ਹਾਂਜੀ, ਇੱਕ ਸਹਿਣ ਵਾਲਾ ਬੱਚਾ, ਹਾਂਜੀ, ਦੋਨਾਂ ਦੇ ਮਨ ਦੇ ਉੱਪਰ ਅਸਰ ਹੈ। ਹਾਂਜੀ ਬਿਲਕੁਲ, ਉਹਨਾਂ ਦੋਹਾਂ ਨੂੰ ਕਿਵੇਂ ਮੈਨੇਜ ਕੀਤਾ ਜਾਵੇ? ਦੇਖੋ ਬੁਲੀ ਕਰਨ ਵਾਲਾ ਬੱਚਾ ਵੀ ਅਸਲ ਦੇ ਵਿੱਚ ਕਿਤੇ ਬੁਲੀ ਹੋਇਆ, ਠੀਕ ਹੈ, ਜਾਂ ਉਹ ਬੁਲੀ ਹੋਇਆ ਤੇ ਜਾਂ ਉਹਨੇ ਕਿਸੇ ਨੂੰ ਬੁਲੀ ਕਰਦੇ ਦੇਖਿਆ ਤਾਂ ਉਹਨੂੰ ਇੰਝ ਲੱਗਦਾ ਹੈ ਕਿ ਫੋਰ ਐਗਜ਼ਾਮਪਲ ਉਹਨੇ ਆਪਣੇ ਘਰ ਦੇ ਵਿੱਚ ਹੀ ਲੜਾਈ ਝਗੜਾ ਦੇਖਿਆ, ਠੀਕ ਹੈ, ਉਹਨੇ ਮਾਪਿਆਂ ਨੂੰ ਲੜਦੇ ਦੇਖਿਆ ਤੇ ਉਹਨੇ ਇਹ ਦੇਖਿਆ ਵੀ ਫਾਦਰ ਇਜ਼ ਬੁਲੀ ਤੇ ਮਦਰ ਜਿਹੜੀ ਹੈ ਸਹਿਮ ਜਾਂਦੀ ਹੈ, ਤੇ ਉਹ ਉੱਥੋਂ ਇਹ ਸਿੱਖਦਾ ਕਿ ਬੁਲੀ ਬਣਨਾ ਚੰਗਾ ਹੈ, ਨਹੀਂ ਤਾਂ ਦੂਜੇ ਦਾ ਤਾਂ ਬੁਰਾ ਹਾਲ ਹੈ। ਪਰ ਅੱਜ ਕੱਲ੍ਹ ਜੋ ਸਾਡੇ ਕੰਨਾਂ ਦੇ ਵਿੱਚ ਸਾਡੇ ਸੰਗੀਤ ਰਾਹੀਂ ਪੈ ਰਿਹਾ ਆ ਉਹਦੇ 'ਚ ਤਾਂ ਇਹੀ ਹੈ ਜੀ ਕਿ ਬਦਮਾਸ਼ੀ ਕਰਨਾ ਜਾਂ ਬੁਲੀ ਕਰਨਾ ਜਿਹੜਾ ਉਹਦੇ 'ਤੇ ਅਸੀਂ ਮਾਣ ਮਹਿਸੂਸ ਕਰਨ ਲੱਗ ਪਏ। ਸੋ ਦੈਟਸ ਵਾਟ ਇਟ ਇਜ਼। ਕਈ ਵਾਰੀ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਬੁਲੀ ਕਰ ਰਹੇ ਹਾਂ, ਭੈਣ ਭਰਾ ਇੱਕ ਦੂਜੇ ਨੂੰ ਬੁਲੀ ਕਰ ਰਹੇ ਹੁੰਦੇ ਪਤਾ ਨਹੀਂ ਹੁੰਦਾ ਜੀ ਕਿ ਇੱਕ ਦੂਜੇ ਨੂੰ ਟੀਜ਼ ਕਰਨਾ। ਦੂਜਾ ਸਿਬਲਿੰਗ ਤੁਹਾਡੇ ਕੀਤੇ ਹੋਏ ਮਜ਼ਾਕ ਤੋਂ ਖਿਜ ਰਿਹਾ, ਰੋ ਰਿਹਾ, ਇਰੀਟੇਟ ਹੋ ਰਿਹਾ, ਚੀਜ਼ਾਂ ਚੱਕ ਚੱਕ ਮਾਰ ਰਿਹਾ, ਖਾਣਾ ਛੱਡ ਕੇ ਉੱਠ ਕੇ ਜਾ ਰਿਹਾ, ਪਰ ਅਸੀਂ ਉਸ ਨੂੰ ਫਨ ਲੈ ਕੇ ਸੋ ਸਾਨੂੰ ਆਪਣੇ ਪਰਿਵਾਰਾਂ ਦੇ ਅੰਦਰ ਬੁਲਿੰਗ ਦੀ ਡੈਫੀਨੇਸ਼ਨ ਅਸਲ ਦੇ ਵਿੱਚ ਨਹੀਂ ਪਤਾ ਜੀ। ਕਈ ਵਾਰੀ ਇੱਦਾਂ ਵੀ ਹੁੰਦਾ ਹੈ ਕਿ ਫਾਦਰ ਆਪਣੇ ਜਿਹੜਾ ਬੱਚਾ ਮੈਚਿਓਰ ਹੋ ਰਿਹਾ, ਆਪਣਾ ਬੇਟਾ ਮੈਚਿਓਰ ਹੋ ਰਿਹਾ, ਉਹਦੇ ਨਾਲ ਜੋਕ ਕਰ ਰਿਹਾ, ਪਰ ਉਹ ਬੱਚਾ ਉਸ ਜੋਕ ਨੂੰ ਸੀਰੀਅਸਲੀ ਲੈ ਰਿਹਾ ਔਰ ਉਹਦੇ ਨਾਲ ਖਿਜ ਰਿਹਾ, ਇਰੀਟੇਟ ਹੋ ਰਿਹਾ, ਬਟ ਫਾਦਰ ਨੂੰ ਇੰਡੀਕੇਸ਼ਨ ਹੀ ਨਹੀਂ ਆ ਰਹੀ ਜੀ, ਤੇ ਜਿਸ ਦੇ ਨਾਲ ਉਹ ਕੱਟਣਾ ਸ਼ੁਰੂ ਕਰ ਦਿੰਦਾ ਆਪਣੇ ਫਾਦਰ ਤੋਂ, ਆਪਣੇ ਪੇਰੈਂਟ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੰਦਾ। ਜਿੱਥੇ ਡੈਡੀ ਬਹਿ ਗਿਆ ਉੱਥੇ ਬਹਿਣਾ ਹੀ ਨਹੀਂ, ਪਰ ਇਹ ਚਲੇ ਜਾਣਾ ਦੂਜੇ ਕਮਰੇ ਚਲੇ ਜਾਣਾ, ਔਰ ਫਾਦਰ ਦੀ ਫਿਰ ਇਹ ਕੰਪਲੇਨ ਹੁੰਦੀ ਵੀ ਨਿਆਣੇ ਸਾਡੇ ਕੋਲ ਬੈਠਦੇ ਨੇ। ਹਾਂਜੀ, ਸੋ ਇਸ ਤਰ੍ਹਾਂ ਦਾ ਵੀ ਬਥੇਰਾ ਕੁਝ ਹੈਗਾ ਜਿਹੜਾ, ਔਰ ਐਜ਼ ਯੂ ਜਸਟ ਸੈਡ ਕਿ ਉਹ ਜਿਹੜਾ ਬੱਚਾ ਬੁਲੀ ਕਰ ਰਿਹਾ ਉਹਦੀ ਸਾਈਕੀ ਕੀ ਇਸ ਤਰ੍ਹਾਂ ਦੀ ਸਿਚੁਏਸ਼ਨ ਤੋਂ ਡਿਵੈਲਪ ਹੁੰਦੀ ਹੈ ਕਿ ਘਰੋਂ ਜਦੋਂ ਉਹਨੂੰ ਇਦਾਂ ਦਾ এনवायरमेंट ਮਿਲਦਾ ਫਿਰ ਉਹ ਬਾਹਰ ਸਟਰੋਂਗਰ ਐਕਟ ਕਰਨ ਦੀ ਕੋਸ਼ਿਸ਼ ਕਰਦਾ, ਫਿਰ ਉਹ ਬਾਹਰ ਉਹੋ ਜਿਹੇ ਬੱਚੇ ਲੱਭਦਾ ਜਿਹੜੇ ਵੀਕਰ ਨੇ ਜੀ, ਜਿਨ੍ਹਾਂ ਤੇ ਉਹ ਕਰ ਸਕੇ ਜਿਵੇਂ ਉਹ ਘਰ ਦੇਖਦਾ ਵਾ ਵੀ ਓਕੇ ਬੁਲੀ ਕੈਨ ਡੂ।
ਜਿੱਥੋਂ ਮੂਹਰੋਂ ਛਿੱਤਰਾਂ ਦਾ ਡਰ ਹੈ ਉੱਥੇ ਕੋਈ ਨਹੀਂ ਬੋਲਦਾ। ਹਾਂਜੀ ਬਿਲਕੁਲ ਜੀ। ਸੋ ਜਦੋਂ ਉਹਨੂੰ ਇਹ ਲੱਗਦਾ ਵਾ ਵੀ ਅਗਲਾ ਬੰਦਾ ਸਟਰੋਂਗ ਹੈ, ਉੱਥੇ ਐਕਟ ਨਹੀਂ ਕਰੇਗਾ। ਜੀ। ਔਰ ਉਹ ਸਾਡਾ ਫਾਦਰ ਵੀ ਹੈ ਜਿਹੜਾ ਘਰ ਦੇ ਵਿੱਚ ਬੱਚਿਆਂ ਨਾਲ ਹੈ, ਵਾਈਫ ਨੇ ਇਦਾਂ ਕਰ ਰਿਹਾ, ਬਾਹਰ ਜੇ ਉਹਨਾਂ ਨੂੰ ਸਟਰੋਂਗਰ ਮਿਲਦਾ ਹੈ ਕੋਈ, ਤਾਂ ਉਹਦੇ ਅੱਗੇ ਉਹ ਐਕਟ ਨਹੀਂ ਕਰਦੇ। ਬਿਲਕੁਲ। ਔਰ ਇਸੇ ਤਰ੍ਹਾਂ ਫਿਰ ਉਹ ਜਿਹੜੇ ਮਾਨਸਿਕ ਆਲਰੇਡੀ ਸਪਰੈਸਡ ਜਾਂ ਡਿਸਟਰੈਸਡ ਬੱਚੇ ਹੈਗੇ ਆ, ਜਿਨ੍ਹਾਂ ਨੂੰ ਇਹ ਬੱਚੇ ਬੁਲੀ ਕਰਦੇ ਨੇ, ਉਹ ਆਪਣੇ ਤੌਰ ਤੇ ਅਫੈਕਟ ਹੋ ਰਹੇ ਨੇ, ਜਿਸ ਨਾਲ ਉਹ ਸਕੂਲ ਜਾਣਾ ਨਹੀਂ ਚਾਹੁੰਦੇ, ਪਰਫਾਰਮੈਂਸ ਉਹਨਾਂ ਦੀ ਖਰਾਬ ਹੁੰਦੀ ਹੈ, ਰਾਤਾਂ ਦੀ ਨੀਂਦ ਉਹਨਾਂ ਦੀ ਖਰਾਬ ਹੁੰਦੀ ਹੈ। ਸੋ ਇਹ ਜਿਹੜੀ ਚੀਜ਼ ਹੈ ਥਰੂ ਆਊਟ ਦਾ ਈਅਰ ਮੈਂ ਦੇਖਦੀ ਹਾਂ ਬੱਚੇ ਆਉਂਦੇ ਨੇ, ਬਟ ਬੈਕ ਟੂ ਸਕੂਲ ਤੋਂ ਪਹਿਲਾਂ ਜਿਹੜੇ ਇਹ ਮੰਥ ਹੁੰਦੇ ਸਮਰ ਦੇ, ਬਹੁਤ ਸਾਰੇ ਪੇਰੈਂਟਸ ਨੂੰ ਇਹ ਹੁੰਦਾ ਜੀ ਜੂਨ ਦਾ ਮਹੀਨਾ ਲੰਘ ਗਿਆ, ਜੁਲਾਈ ਲੰਘ ਗਿਆ, ਅਗਸਤ ਦੇ ਅੰਦਰ ਉਹ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ ਕਿ ਨਾ ਉਹ ਹੁਣ ਬੱਚੇ ਨੇ ਸਕੂਲ ਜਾਣਾ ਹੈ। 15 ਤਰੀਕ ਤੋਂ ਜੇ ਇਹਦੀ ਤਾਂ ਨੀਂਦ ਹੀ ਉੱਡ ਗਈ, ਇਹ ਸੌਂਦਾ ਨਹੀਂ। ਕਦੋਂ ਤੋਂ ਨਹੀਂ ਸੌਂਦਾ, ਇਹ ਹਰ ਸਾਲ ਹੀ ਇਹਦੇ ਨਾਲ ਇਦਾਂ ਹੁੰਦਾ। ਟੈਸਟ ਸ਼ੁਰੂ ਹੁੰਦੇ। ਹਾਂਜੀ, ਤੁਸੀਂ ਆਪਾਂ ਇਸ ਚੀਜ਼ ਤੇ ਹੁਣ ਤੱਕ ਕੀ ਕੀਤਾ ਜੇ ਪਿਛਲੇ 50 ਸਾਲਾਂ ਤੋਂ ਇਹ ਚੱਲਦਾ ਹੈ ਕਿ ਬਸ ਇਹ ਮਹੀਨਾ ਜਿਹੜਾ ਜੁਲਾਈ ਦਾ ਹੁੰਦਾ ਨਾ ਜੀ, ਜੂਨ ਦੇ ਐਂਡ ਦਾ ਤੇ ਜੁਲਾਈ ਦਾ, ਇਹ ਮੇਰਾ ਬੱਚਾ ਉਦੋਂ ਇਹ ਹੋਰ ਹੀ ਬੱਚਾ ਹੁੰਦਾ ਕਿਉਂਕਿ ਇਹਨੇ ਘਰ ਰਹਿਣਾ, ਇਹਨੇ ਖਾਣਾ ਪੀਣਾ, ਆਪਣਾ ਫਨ ਕਰਨਾ। ਬਟ ਰਾਈਟ ਆਫਟਰ ਐਜ਼ ਅ ਸਕੂਲ ਅਬਾਊਟ ਟੂ ਸਟਾਰਟ, ਦ ਸਟ੍ਰੈਸ ਐਂਡ ਐਂਗਜ਼ਾਇਟੀ, ਇਰੀਟੇਬਿਲਿਟੀ, ਇਹ ਸਾਰਾ ਕੁਝ ਮੇਰੇ ਬੱਚੇ 'ਚ ਸ਼ੁਰੂ ਹੋ ਜਾਂਦਾ। So let's work on that, recognize these symptoms. Irritability and anger are part of the anxiety symptoms or being bullied in school or something that is bothering them. ਕਈ ਵਾਰੀ ਇਹ ਵੀ ਹੁੰਦਾ ਕਿ ਬੱਚੇ ਸਕੂਲ 'ਚ ਪਰਫਾਰਮ ਨਹੀਂ ਕਰ ਪਾਉਂਦੇ, ਉਹਨਾਂ ਦਾ ਐਜੂਕੇਸ਼ਨ ਲੈਵਲ ਉੱਥੇ ਨਹੀਂ ਹੈਗਾ, ਕੋਈ ਉਹਨਾਂ ਨੂੰ ਬੁਲੀ ਨਹੀਂ ਕਰ ਰਿਹਾ, ਕੋਈ ਉਹਨਾਂ ਨੂੰ ਤੰਗ ਨਹੀਂ ਕਰ ਰਿਹਾ, ਪਰ ਗ੍ਰੇਡ ਨਾ ਅੱਛੇ ਆਉਂਦੇ ਹੋਣ, ਕਲਾਸ 'ਚ ਗੱਲ ਸਮਝ ਨਾ ਆਉਂਦੀ ਹੋਵੇ, ਸਟੇਜ ਫੀਅਰ ਹੋਵੇ, ਪਰਫਾਰਮ ਨਾ ਕਰ ਪਾਉਂਦਾ ਹੋਵੇ, ਕਲਾਸ ਦੇ ਵਿੱਚ ਖੜ੍ਹ ਕੇ ਜਦੋਂ ਟੀਚਰ ਕਵੇ ਵੀ ਓਕੇ ਯੂ ਨੋ ਡੂ ਦ ਪ੍ਰੈਜੈਂਟੇਸ਼ਨ, ਤਾਂ ਉਹ ਕੰਬਦਾ ਹੋਵੇ, ਤਾਂ ਇਹ ਚੀਜ਼ਾਂ ਫਿਰ ਵੀ ਆਉਣ ਲੱਗ ਜਾਣਗੀਆਂ ਜੀ। ਸੋ ਫਿਰ ਵੀ ਬੱਚੇ ਦੇ ਅੰਦਰ ਇਹ ਚੀਜ਼ ਹੋਏਗੀ ਕਿ ਆਈ ਡੂ ਨਾਟ ਵਾਂਟ ਟੂ ਗੋ ਟੂ ਸਕੂਲ। ਕਈਆਂ ਦਾ ਹੁੰਦਾ ਕਿ ਸਾਰਾ ਕੁਝ ਠੀਕ ਚੱਲ ਰਿਹਾ ਹੁੰਦਾ, ਸਮਝ ਵੀ ਆ ਰਹੀ ਹੁੰਦੀ ਆ, ਸਟੱਡੀ ਵੀ ਕੀਤੀ ਹੁੰਦੀ ਆ, ਐਵਰੀਥਿੰਗ, ਉਹ ਕਹਿੰਦਾ ਕਿ ਆਮ ਔਨ ਦਾ ਟੌਪ। ਜਦੋਂ ਐਗਜ਼ਾਮ ਲਿਖਣ ਬੈਠਦਾ ਤੇ ਉੱਥੇ ਜਾ ਕੇ ਉਹ ਕਹਿੰਦਾ ਮੇਰਾ ਸਾਰਾ ਕੁਝ ਹੀ ਬਲੈਂਕ ਹੋ ਗਿਆ। ਹਾਂਜੀ ਬਿਲਕੁਲ ਜੀ। ਸੋ ਐਗਜ਼ਾਮੀਨੇਸ਼ਨ ਫੀਅਰ, ਇਹ ਵੀ ਬਹੁਤ ਸਾਰੇ ਬੱਚੇ ਗ੍ਰਸਤ ਹੁੰਦੇ ਨੇ ਕਿ ਜਦੋਂ ਉਹ ਪੜ੍ਹਾਈ ਕਰਦੇ ਨੇ ਟੂ ਦ ਮੈਕਸ ਦੇ ਲਰਨ ਐਵਰੀਥਿੰਗ, ਪਰ ਕਈ ਬੱਚੇ ਜਾਂ ਤਾਂ ਸਟੇਜ ਤੇ ਜਾ ਕੇ, ਤੇ ਜਦੋਂ ਉਹਨਾਂ ਦੇ ਸਾਹਮਣੇ ਪੇਪਰ ਆਉਂਦਾ, ਕੁਐਸਚਨ ਪੇਪਰ ਆਉਂਦਾ, ਤਾਂ ਪੇਪਰ ਆਉਂਦਿਆਂ ਸਾਰੇ ਉਹਨਾਂ ਨੂੰ ਇੱਕ ਤਾਂ ਪੇਪਰ ਪੜ੍ਹਨਾ ਹੀ ਸਮਝ ਭੁੱਲ ਜਾਂਦੀ ਹੈ। ਦੇ ਆਰ ਰੀਡਿੰਗ ਦਾ ਕੁਐਸਚਨ ਐਂਡ ਦੇ ਕੈਨ ਨਾਟ ਅੰਡਰਸਟੈਂਡ ਵਾਟ ਦੇ ਆਰ ਰੀਡਿੰਗ। ਉਹਨੂੰ ਇਹ ਲੱਗਦਾ ਵੀ ਇਹ ਮੈਂ ਕੁਝ ਵੀ ਪੜ੍ਹਿਆ ਹੀ ਨਹੀਂ, ਦਿਮਾਗ ਕਹਿੰਦੇ ਸੁੰਨ ਹੋ ਗਿਆ ਜਾਂ ਖਾਲੀ ਹੋ ਗਿਆ ਜੀ। ਬਹੁਤ ਸਾਰੇ ਬੱਚੇ ਜਦੋਂ ਇਸ ਤਰ੍ਹਾਂ ਦੀ ਚੀਜ਼ਾਂ ਨਾਲ ਗ੍ਰਸਤ ਹੁੰਦੇ ਆ, ਤਾਂ ਉਹਨਾਂ ਨੂੰ ਇਹ ਚੀਜ਼ ਜੇ ਆਪਣੇ ਫੈਮਿਲੀ ਡਾਕਟਰ ਜਾਂ ਆਪਣੇ ਪ੍ਰੈਕਟੀਸ਼ਨਰ ਡਿਸਕਸ ਕਰਨ ਤਾਂ ਉਹਨੂੰ ਇੱਕ ਲੈਟਰ ਇਸ਼ੂ ਕੀਤੀ ਜਾਂਦੀ ਹੈ ਵੀ ਇਹ ਬੱਚਾ ਜਿਹੜਾ ਐਗਜ਼ਾਮੀਨੇਸ਼ਨ ਫੀਅਰ ਤੋਂ ਗ੍ਰਸਤ ਹੈਗਾ, ਇਹ ਬ੍ਰੇਨ ਫੈਗ ਤੋਂ ਗ੍ਰਸਤ ਹੈਗਾ, ਤੇ ਇਹਨਾਂ ਨੂੰ ਫਿਰ ਇੱਕ ਆਈਸੋਲੇਟਿਡ ਏਰੀਆ ਦੇ ਦਿੱਤਾ ਜਾਂਦਾ ਤੇ ਕਈ ਵਾਰੀ ਅਕੋਮੋਡੇਸ਼ਨ ਦੇ ਦਿੱਤੀਆਂ ਜਾਂਦੀਆਂ ਵੀ ਓਕੇ ਫਾਈਨ ਡੋਂਟ ਵਰੀ, ਵੀ ਤੂੰ ਪਹਿਲਾਂ ਤੇਰਾ ਅੱਧਾ ਘੰਟਾ ਇਜ਼ ਐਕਸਟੈਂਡਡ ਪੀਰੀਅਡ, ਤੇ ਤੂੰ ਆਰਾਮ ਨਾਲ ਆਪਣਾ ਐਗਜ਼ਾਮ ਜਿਹੜਾ ਪੇਪਰ ਹੈਗਾ ਉਹਨੂੰ ਪੜ੍ਹ ਤੇ ਫਿਰ ਤੂੰ ਆਪਣਾ ਐਗਜ਼ਾਮ ਸ਼ੁਰੂ ਕਰ। ਆਈਸੋਲੇਸ਼ਨ ਦੇ ਵਿੱਚ ਜਦੋਂ ਇਹ ਦੇਖਦੇ ਨੇ, ਫਿਰ ਇਹ ਬੱਚਿਆਂ 'ਚ ਹੋਰ ਕੀ ਹੁੰਦਾ ਕਿ ਜੇ ਤਾਂ ਗਰੁੱਪ 'ਚ ਬੈਠੇ ਨੇ, ਪੜ੍ਹਾਈ ਕੀਤੀ, ਇੱਕ ਇੰਟੈਲੀਜੈਂਟ ਬੱਚਾ, ਪਰ ਉਹਨੂੰ ਇੱਕਦਮ ਕੁਝ ਸਮਝ ਨਹੀਂ ਆ ਰਿਹਾ ਵੀ ਮੈਂ ਲਿਖਣਾ ਕੀ ਹੈ, ਤਾਂ ਬਾਕੀਆਂ ਨੂੰ ਦੇਖ ਰਿਹਾ ਵੀ ਇਹਨਾਂ ਤਾਂ ਫਟਾਫਟ ਆਨਸਰ ਕਰਨਾ ਸ਼ੁਰੂ ਕਰਤਾ, ਤਾਂ ਉਹਦੀ ਐਂਗਜ਼ਾਇਟੀ ਹੋਰ ਵੱਧ ਜਾਂਦੀ ਹੈ ਜੀ। ਇਸ ਕਰਕੇ ਵੀ ਉਹਨੂੰ ਆਈਸੋਲੇਸ਼ਨ ਦੀ ਜ਼ਰੂਰਤ ਹੁੰਦੀ ਹੈ। ਆਈ ਮੀਨ ਇੱਕ ਉਹ ਜਗ੍ਹਾ ਜਿੱਥੇ ਉਹ ਦੂਜਿਆਂ ਨੂੰ ਨਾ ਦੇਖ ਰਿਹਾ ਹੋਵੇ ਵੀ ਉਹਨਾਂ ਨੇ ਲਿਖਣਾ ਸ਼ੁਰੂ ਕਰਤਾ, ਕਿਉਂਕਿ ਉਹ ਚੀਜ਼ ਉਹਨੂੰ ਰਿਲੈਕਸ ਨਹੀਂ ਹੋਣ ਦੇਗੀ ਤੇ ਹੀ ਵੋਂਟ ਬੀ ਏਬਲ ਟੂ ਰੀਕਲੈਕਟ ਵਾਟ ਹੀ ਹੈਵ ਲਰਨਡ। ਸੋ ਉੱਥੇ ਫਿਰ ਯੈਸ ਦੋਜ਼ ਕਾਈਂਡ ਆਫ ਅਕੋਮੋਡੇਸ਼ਨ ਬੱਚਿਆਂ ਨੂੰ ਹੈਲਪ ਕਰਦੀਆਂ। ਐਂਡ ਬ੍ਰੇਨ ਫੈਗ ਦਾ ਜਿਹੜਾ ਟ੍ਰੀਟਮੈਂਟ ਹੈਗਾ ਕਿ ਜੀ ਇੱਕਦਮ ਦੇਖ ਕੇ ਮੈਂ ਪਰਫਾਰਮ ਨਹੀਂ ਕਰ ਪਾਉਂਦਾ, ਉਹ ਟ੍ਰੀਟਮੈਂਟ ਵੀ ਜਿਹੜਾ ਬੱਚਿਆਂ ਨੂੰ ਇਹੋ ਜਿਹੀ ਸਟੇਟ 'ਚੋਂ ਬਾਹਰ ਕੱਢ ਸਕਦਾ ਕਿ ਇਹ ਜਿਹੜੀ ਚੀਜ਼ ਆ ਵੀ ਪੜ੍ਹਿਆ ਤੇ ਮੈਨੂੰ ਭੁੱਲ ਗਿਆ, ਇਹ ਭੁੱਲੇਗਾ ਨਹੀਂ। ਯੂ ਕੈਨ ਗੈਟ ਇਟ ਆਊਟ ਆਫ ਜਿਹੜਾ ਤੁਹਾਡਾ ਐਗਜ਼ਾਮੀਨੇਸ਼ਨ ਫੀਅਰ ਸਟੇਟ ਹੈ, ਉਹ 'ਚ ਬੱਚੇ ਨੂੰ ਅਸੀਂ ਬਾਹਰ ਕੱਢ ਸਕਦੇ। ਇੱਕ ਆਪਣੇ ਘਰਾਂ ਦੇ ਵਿੱਚ ਨਾ ਕੰਪੈਰੀਜ਼ਨ ਬਹੁਤ ਆ। ਜੇ ਘਰ ਦੇ ਵਿੱਚ ਕੋਈ ਸਿਬਲਿੰਗਸ ਹੈਗੇ ਨੇ, ਜੇ ਉਹ ਪਹਿਲਾਂ ਬਹੁਤ ਸ਼ਾਰਪ ਸਨ, ਜੇ ਤੁਹਾਡਾ ਫਿਰ ਉਹਦੇ ਨਾਲ ਕੰਪੈਰੀਜ਼ਨ। ਜੇ ਘਰ ਦੇ ਵਿੱਚ ਕੋਈ ਹੈ ਨਹੀਂ ਤੇ ਫਿਰ ਜਿਹੜੇ ਰਿਸ਼ਤੇਦਾਰਾਂ ਦੇ ਵਿੱਚ, ਆਂਢੀਆਂ ਗੁਆਂਢੀਆਂ ਦੇ, ਉਹਨਾਂ ਦਾ ਬੱਚਾ ਤਾਂ ਬਹੁਤ ਹੁਸ਼ਿਆਰ ਆ ਜੀ, ਉਹਨਾਂ ਦੀ ਕੁੜੀ ਤਾਂ ਬਹੁਤ ਹੁਸ਼ਿਆਰ ਆ ਜੀ, ਸਾਡੇ ਨੂੰ ਪਤਾ ਨਹੀਂ ਕੀ ਹੋਇਆ। ਇਹ ਬੱਚੇ ਦੇ ਮਨ ਦੇ ਉੱਪਰ ਕਿੰਨਾ ਅਸਰ ਪਾਉਂਦਾ? ਟੌਕਸਿਕ ਹੈ ਨਾ। ਸਾਨੂੰ ਵੀ ਕੋਈ ਕਹੇਗਾ ਵੀ, ਮੈਨੂੰ ਵੀ ਕੋਈ ਕਹੇਗਾ ਫਲਾਣਾ ਹੋਮਿਓਪੈਥ ਬਹੁਤ ਚੰਗਾ ਹੈ, ਇਟਸ ਟੌਕਸਿਕ ਰਾਈਟ ਜੀ। ਕੋਈ ਬੱਚਾ ਵੀ ਘਟੀਆ ਤੇ ਵਧੀਆ ਨਹੀਂ ਹੁੰਦਾ। ਹਰ ਬੱਚਾ ਆਪਣੇ ਆਪ ਦੇ ਵਿੱਚ ਉਹਦੀ ਆਪਣੀ ਇੰਟੈਲੀਜੈਂਸ ਦੇ ਹਿਸਾਬ ਨਾਲ, ਮੈਂਟਲ ਕੈਪੈਸਿਟੀ, ਆਪਾਂ ਗੱਲ ਕੀਤੀ ਬੱਚਿਆਂ ਦੇ ਅੰਦਰ ਬਹੁਤ ਸਾਰੇ ਚੈਲੰਜਸ ਹੈਗੇ ਆ ਜਿਨ੍ਹਾਂ ਕਰਕੇ ਉਹਨਾਂ ਦੀ ਪਰਫਾਰਮੈਂਸ ਪਿੱਛੇ ਰਹਿ ਸਕਦੀ ਹੈ। ਠੀਕ ਹੈ, ਹੋ ਸਕਦਾ ਮੇਰਾ ਬੱਚੇ ਦੇ ਅੰਦਰ ਕਿਸੇ ਤਰ੍ਹਾਂ ਦਾ ਮੈਡੀਕਲ ਕੰਡੀਸ਼ਨ ਨਹੀਂ, ਪਰ ਇਸ ਤਰ੍ਹਾਂ ਦੀ ਕੋਈ ਬੁਲਿੰਗ ਜਾਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨੇ ਉਹਨੂੰ ਮਾਨਸਿਕ ਤੌਰ ਤੇ ਇੰਨਾ ਜ਼ਿਆਦਾ ਡਿਸਟਰੈਸ ਕਰ ਦਿੱਤਾ ਕਿ ਉਹ ਹੁਣ ਲਰਨ ਨਹੀਂ ਕਰ ਪਾਉਂਦਾ। ਸੋ ਆਪਾਂ ਨੂੰ ਸਿਰਫ ਉਸ ਚੋਂ ਬਾਹਰ ਕੱਢਣ ਦੀ ਲੋੜ ਹੈ। ਜਿਵੇਂ ਤੁਸੀਂ ਕਿਹਾ ਸੀ ਵੀ ਪਹਿਲਾਂ ਪਰਫਾਰਮ ਕਰਦਾ ਸੀ ਤੇ ਹੁਣ ਸਡਨਲੀ ਇਹਨੂੰ ਕੀ ਪਤਾ ਨਹੀਂ ਕੀ ਹੋ ਗਿਆ, ਦੈਨ ਦੇਖਣਾ ਪਏਗਾ ਕਿ ਪਰਫਾਰਮ ਕਰਦਾ ਸੀ ਹੁਣ ਕੀ ਹੋ ਰਿਹਾ।
ਮੈਂ ਇੱਥੇ ਐਗਜ਼ਾਮਪਲ ਦੇਣਾ ਚਾਹਾਂਗੀ ਕਿ ਮੇਰੀ ਬੱਚੀ ਨਾਓ ਸ਼ੀ 17 ਇਅਰਸ 올ਡ ਔਰ ਸਾਡੀ ਫੈਮਿਲੀ ਦੇ ਵਿੱਚ 2 ਸਾਲ ਪਹਿਲੇ ਇੱਕ ਹਾਦਸਾ ਹੋਇਆ, ਮੇਰੇ ਦਿਓਰ ਪੂਰੇ ਹੋ ਗਏ। ਉਹ 6 ਮਹੀਨੇ ਉਹਨੇ ਕੋਈ ਅਸਾਈਨਮੈਂਟ ਸਕੂਲ ਨਹੀਂ ਦਿੱਤੀ ਐਂਡ ਸ਼ੀ ਇਜ਼ ਅ ਬ੍ਰਾਈਟ ਕਿਡ ਜੀ। 6 ਮੰਥਸ ਉਹਨੇ ਇੱਕ ਵੀ ਅਸਾਈਨਮੈਂਟ ਸਕੂਲੇ ਨਹੀਂ ਦਿੱਤੀ। ਕਿਉਂ? ਕਿਉਂਕਿ ਸ਼ੀ ਕੁਡ ਨਾਟ ਟੇਕ ਦੈਟ। ਜਦੋਂ ਤੱਕ ਉਹ ਬੱਚਾ ਗੱਲ ਨਹੀਂ ਕਰਦਾ ਉਸ ਚੀਜ਼ ਬਾਰੇ, ਅਸੀਂ ਉਹਨਾਂ ਨਾਲ ਬੜਾ ਮਤਲਬ ਉਹਨੂੰ ਇਹ ਲੱਗਣਾ ਵੀ ਮੈਂ ਜਿਹੜੀ ਕਜ਼ਨ ਹੈ ਮੇਰੀ, ਉਹ ਦੋਵੇਂ ਤੁਸੀਂ ਕਹ ਲਓ ਜੁੜਵਾਈ ਨੇ, 3 ਦਿਨ ਦਾ ਫਰਕ ਹੈ ਦੋਨਾਂ ਦਾ। ਉਹਨੂੰ ਇੰਝ ਲੱਗਣਾ ਸੀ ਵੀ ਉਹਦੀ ਲਾਈਫ 'ਚ ਕੀ ਕੁਝ ਬਦਲ ਗਿਆ, ਵੀ ਉਹਦੇ ਡੈਡੀ ਵੀ ਨਹੀਂ ਹੈਗੇ, ਉਹਦੀ ਮਮ ਵਾਜ਼ ਹਾਊਸ ਵਾਈਫ ਜਿਹੜੀ ਕਿ ਹੁਣ ਨਾਈਟ ਸ਼ਿਫਟ ਤੇ ਕੰਮ ਤੇ ਜਾਂਦੀ ਹੈ, ਤਾਂ ਉਹ ਤਾਂ ਮੰਮੀ ਪਾਪਾ ਤੋਂ ਬਗੈਰ ਹੋ ਗਈ। ਉਹ ਐਸੇ ਫੀਅਰ 'ਚ ਸ਼ੀ ਵਾਜ਼ ਥਿੰਕਿੰਗ ਜੀ। ਸੋ ਜਦੋਂ ਤੱਕ ਉਹਨੂੰ ਉਹਦੀ ਉਸ ਚੀਜ਼ ਦੀ ਕਾਉਂਸਲਿੰਗ ਹੈ, ਉਸ ਚੀਜ਼ ਦੀ ਸਮਝ ਵੀ ਹੈਡ ਜੇ ਨਹੀਂ ਦਿੱਤੀ, ਉਦੋਂ ਤੱਕ ਉਹ ਪਰਫਾਰਮ ਹੀ ਨਹੀਂ ਕਰ ਪਾਈ। ਐਂਡ ਆਫਟਰ ਕਮਿੰਗ ਆਊਟ ਆਫ ਦੈਟ ਨਾਓ ਸ਼ੀ ਇਜ਼ ਬੈਕ ਟੂ ਹਰ ਟਰੈਕ। ਪਰ ਜੇ ਉਹ ਬੱਚੇ ਨੂੰ ਉੱਥੇ ਛੱਡ ਦਈਏ ਜੀ, ਉਸ ਦੁੱਖ ਨੂੰ ਹੀ ਉਹਨੂੰ ਘੋਲਣ ਦਈਏ, ਇਹ ਹਾਦਸਾ ਕੋਈ ਵੀ ਹੋ ਸਕਦਾ ਜੀ, ਬਿਲਕੁਲ ਠੀਕ ਹੈ, ਉਹਨੂੰ ਉਸੇ ਨੂੰ ਹੀ ਘੋਲਣ ਦਈਏ ਤਾਂ ਉਹ ਬੱਚਾ ਸਾਰੀ ਉਮਰ ਲਈ ਲਾਸਟ ਹੋ ਜਾਏਗਾ ਜੀ। ਹੁਣ ਆਪਾਂ ਜਿਵੇਂ ਗੱਲ ਕੀਤੀ ਹੈ, ਬੱਚੇ ਜਿਹੜੇ 2-3 ਸਾਲਾਂ ਲਈ ਪਿੱਛੇ ਪੈ ਗਏ ਜਾਂ ਉਹਨਾਂ ਦੀ ਬੇਸਿਕ ਐਜੂਕੇਸ਼ਨ ਪਿੱਛੇ ਪੈ ਗਈ, ਉਹ ਇਹ ਵਾਲਾ ਜਿਹੜਾ ਗੈਪ ਹੈ ਮੈਥ ਦਾ, ਉਹ ਕਵਰ ਹੀ ਨਹੀਂ ਕਰ ਪਾਣਗੇ। ਉਸੇ ਤਰ੍ਹਾਂ ਇਸ ਤਰ੍ਹਾਂ ਦਾ ਬੱਚਾ, ਜੇ ਮੈਂ ਆਪਣੀ ਬੱਚੀ ਦੀ ਐਗਜ਼ਾਮਪਲ ਦਿੱਤੀ ਹੈ ਕਿ ਜੇ ਉਹਦਾ ਆਪਾਂ ਉਹ ਗੈਪ ਕਵਰ ਨਾ ਕਰਦੇ ਦੈਨ ਸ਼ੀ ਇਜ਼ ਲਾਸਟ ਜੀ। ਐਂਡ ਇਹ ਚੀਜ਼ ਬਹੁਤ ਸਾਰੇ ਬੱਚਿਆਂ ਦੇ ਵਿੱਚ ਹੁੰਦੀ ਹੈ, ਜਿੱਥੇ ਕਿ ਪੇਰੈਂਟਸ ਇਹ ਸਮਝ ਨਹੀਂ ਪਾਉਂਦੇ ਕਿ ਮੇਰੇ ਬੱਚੇ ਦੀ ਨੀਡ ਹੈ। ਇੱਕ ਤਾਂ ਮੈਂਟਲ ਨੀਡ ਹੈ, ਫਿਜ਼ੀਕਲ ਨੀਡਸ ਨੂੰ ਪੂਰਾ ਕਰਨ 'ਚ ਆਪਾਂ ਰਹਿੰਦੇ ਹਾਂ, ਕੱਪੜੇ ਲੱਤੇ ਲੈ ਦਿਓ, ਫੂਡ ਚੰਗਾ ਖਵਾ ਦਿਓ, ਇਹਨੇ ਖਾਧਾ ਕਿ ਨਹੀਂ, ਬਟ ਇਹ ਸੁੱਤਾ ਪ੍ਰੋਪਰ ਕਿ ਨਹੀਂ, ਇਮੋਸ਼ਨਲ ਨੇ ਆਪਣੀ ਗੱਲ ਕੀਤੀ ਕਿ ਨਹੀਂ, ਅੱਜ ਤੂੰ ਕੀ ਲਰਨ ਕੀਤਾ ਸਕੂਲੇ, ਅੱਜ ਸਕੂਲ ਕਿੱਦਾਂ ਸੀ, ਇਹੋ ਜਿਹੀਆਂ ਗੱਲਬਾਤ ਜਿਹੜੀ ਹੈ ਉਹ ਬਹੁਤ ਘੱਟ ਹੁੰਦੀ, ਜਿਸ ਨਾਲ ਬੱਚੇ ਜਿਹੜੇ ਨੇ ਯੈਸ ਦੇ ਗੋ ਇਨਟੂ ਥੀਸ ਕਾਈਂਡ ਆਫ ਡਿਸਆਰਡਰਸ। ਹੋਮਿਓਪੈਥੀ ਜਿਹੜੀ ਹੈ ਉਹ ਕਿਵੇਂ ਮਦਦ ਕਰ ਸਕਦੀ ਹੈ ਜਿਹੜੇ ਇਹ ਸਾਰੇ ਇਸ਼ੂਜ਼ ਆਪਾਂ ਡਿਸਕਸ ਕੀਤੇ ਇਹਦੇ ਵਿੱਚ? ਆਪਾਂ ਬਹੁਤ ਸਾਰੇ ਮੈਂਟਲ ਇਸ਼ੂਜ਼ ਦੀ ਗੱਲ ਕੀਤੀ, ਪਰ ਮੈਂਟਲ ਇਸ਼ੂ ਨੂੰ ਪਹਿਲਾਂ ਸਮਝਣਾ ਜ਼ਰੂਰੀ ਹੈ ਨਾ। ਜੇ ਤਾਂ ਤੁਸੀਂ ਅਵੇਅਰ ਹੋਵੋਗੇ ਐਜ਼ ਅ ਪੇਰੈਂਟ, ਫੇਰ ਹੀ ਉਹਦਾ ਇਲਾਜ ਕਰੋਗੇ। ਸੋ ਪਹਿਲਾਂ ਆਪਣੇ ਬੱਚੇ ਦੇ ਅੰਦਰ ਆਉਣ ਵਾਲੇ ਚੇਂਜਸ ਨੂੰ ਨੋਟਿਸ ਕਰੋ, ਜਾਂ ਕੋਈ ਵੀ ਚੀਜ਼ ਹੋਣ, ਫॉर ਐਗਜ਼ਾਮਪਲ ਕਿਸੇ ਪਾਰਟੀ 'ਚ ਜਾਣ ਲੱਗਦਾ ਬੱਚਾ, ਕਹਿੰਦਾ ਮੈਂ ਨਹੀਂ ਜਾਣਾ, ਜਾਂ ਜੇ ਪਾਰਟੀ 'ਚ ਜਾਂਦਾ ਵੀ ਹੈ ਤਾਂ ਹਾਲ 'ਚ ਨਹੀਂ ਬਹਿੰਦਾ, ਬਾਹਰ ਕੋਰੀਡੋਰ 'ਚ ਖਲੋਤਾ ਰਹਿੰਦਾ, ਉਹਨੂੰ ਨੋਇਜ਼ ਨਹੀਂ ਚੰਗੀ ਲੱਗਦੀ, ਉਹਨੂੰ ਮਿਊਜ਼ਿਕ ਚੰਗਾ ਨਹੀਂ ਲੱਗਦਾ, ਉਹਨੂੰ ਭੀੜ ਭੜੱਕਾ ਚੰਗਾ ਨਹੀਂ ਲੱਗਦਾ, ਉਹਨੂੰ ਰੌਣਕ ਚੰਗੀ ਨਹੀਂ ਲੱਗਦੀ, ਉਹ ਡਾਂਸ ਫਲੋਰ ਤੇ ਨਹੀਂ ਜਾਣਾ ਚਾਹੁੰਦਾ। ਇਹ ਸਾਰੇ ਸਿੰਪਟਮਸ ਨੇ, ਦੇ ਆਰ ਟੈਲਿੰਗ ਮੀ ਕਿ ਸੋਸ਼ਲ ਸੈਟਿੰਗ ਜਿਹੜੀ ਹੈ ਮੇਰੇ ਬੱਚੇ ਨੂੰ ਤੰਗ ਕਰ ਰਹੀ ਹੈਗੀ ਜੀ। 4 ਬੰਦੇ ਘਰ ਆ ਜਾਂਦੇ ਨੇ ਤਾਂ ਉੱਠ ਕੇ ਚਲਾ ਜਾਂਦਾ, ਤੁਸੀਂ 4 ਜਣੇ ਫੈਮਿਲੀ ਵਿੱਚ ਬੈਠਦੇ ਹੋ, ਉੱਠ ਕੇ ਚਲਾ ਜਾਂਦਾ। ਥੀਸ ਆਰ ਆਲ ਸਾਈਨ ਐਂਡ ਸਿੰਪਟਮਸ। ਸੋ ਸਭ ਤੋਂ ਪਹਿਲਾਂ ਇਹਨਾਂ ਨੂੰ ਸਮਝਣਾ ਜ਼ਰੂਰੀ ਹੈ। ਯੈਸ, ਹੋਮਿਓਪੈਥੀ ਕੇਸ ਸਪੈਸੀਫਿਕ ਪੇਸ਼ੈਂਟ ਨੂੰ, ਬੱਚੇ ਨੂੰ ਟ੍ਰੀਟ ਕਰਦੀ ਹੈ। ਬੱਚਿਆਂ ਦੇ ਅੰਦਰ ਜੇ ਮੈਡੀਕਲ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਹੈਗੀਆਂ, ਜਿਵੇਂ ਕਿ ਤੁਹਾਡਾ ਬੱਚਾ ਅਟੈਂਸ਼ਨ ਡੈਫਿਸਿਟ ਡਿਸਆਰਡਰ ਦਾ ਬੱਚਾ ਹੈਗਾ, ਉਹਦਾ ਫੋਕਸ ਨਹੀਂ ਬਣਦਾ, ਉਹਦੀ ਕਨਸੈਂਟਰੇਸ਼ਨ ਨਹੀਂ ਹੈਗੀ, ਤਾਂ ਉਹ ਅਨਆਰਗੇਨਾਈਜ਼ਡ ਰਹੇਗਾ, ਉਹਦੇ ਕਮਰੇ 'ਚ ਖਲਾਰਾ ਪਿਆ ਹੋਇਆ, ਜੁੱਤੀਆਂ ਖਿਲ ਰਹੀਆਂ ਹੋਈਆਂ, ਜ਼ਮੀਨ 'ਤੇ ਕੱਪੜੇ ਡਿੱਗੇ ਹੋਏ ਆ, ਉਹਦਾ ਬੈਕਪੈਕ ਕਰੰਬਲਡ ਪੇਪਰਾਂ ਨਾਲ ਭਰਿਆ ਪਿਆ ਹੈਗਾ, ਉਹਦਾ ਕੋਈ ਕਦੀ ਏਜੰਡਾ ਲਿਖਿਆ ਨਹੀਂ ਹੋਏਗਾ। ਇਹ ਸਾਰੇ ਵਾਰਨਿੰਗ ਸਾਈਨ ਨੇ, ਮੈਨੂੰ ਪਤਾ ਹੈ। ਔਰ ਯੈਸ, ਦੇਰ ਆਰ ਟ੍ਰੀਟਮੈਂਟਸ ਦੋਜ਼ ਕੈਨ ਹੈਲਪ ਇਨ ਟੂ ਅਟੈਂਸ਼ਨ ਡੈਫਿਸਿਟ ਹਾਈਪਰ ਐਕਟਿਵ ਡਿਸਆਰਡਰ ਬੱਚੇ। ਸਕੂਲ ਤੋਂ ਵੀ ਇਹਨਾਂ ਦੀ ਪ੍ਰੋਬਲਮ ਆਉਂਦੀ ਹੈ, ਜੇ ਕਲਾਸ 'ਚ ਫੋਕਸ ਨਹੀਂ ਕਰਦਾ, ਕਲਾਸ 'ਚ ਟਿੱਕੇ ਬਹਿੰਦਾ ਨਹੀਂ ਹੈਗਾ, ਕੋਈ ਅਸਾਈਨਮੈਂਟ ਸਮੇਂ ਸਿਰ ਨਹੀਂ ਦਿੰਦਾ, ਲੈਟਸ ਵਰਕ ਔਨ ਥੀਸ ਕਿਡਸ। ਔਰ ਅਟੈਂਸ਼ਨ ਡੈਫਿਸਿਟ ਹਾਈਪਰ ਐਕਟਿਵ ਡਿਸਆਰਡਰ ਦੇ ਬੱਚੇ, ਇਹ ਜਿਹੜਾ ਹੁਣ ਤੁਸੀਂ ਪੈਂਡੈਮਿਕ ਤੋਂ ਬਾਅਦ ਬੱਚੇ ਸਕੂਲ ਜਾ ਰਹੇ ਨਾ, ਹੋਰ ਵੀ ਬੱਚੇ ਨਿਕਲ ਕੇ ਆ ਰਹੇ ਨੇ ਜੀ, ਕਿਉਂਕਿ 3 ਸਾਲ ਉਹਨਾਂ ਨੇ ਟੈਨਸ਼ਨ ਲਾਈ ਨਹੀਂ। ਜਿਹੜਾ ਕਲਾਸ ਦੇ ਵਿੱਚ ਬੈਠਣਾ, ਕਲਾਸ ਨੂੰ ਕੁਇਟ ਨਹੀਂ ਕਰ ਸਕਦੇ, ਪਰ ਕੰਪਿਊਟਰ ਅੱਗੇ ਬੈਠਣਾ ਤਾਂ ਜਿੰਨੀ ਵੀ ਮਰਜ਼ੀ ਕੁਇਟ ਕਰ ਲੈਣ। ਸੋ 3 ਸਾਲਾਂ ਦੇ ਵਿੱਚ ਉਹ ਇਸ ਚੀਜ਼ ਦੇ ਰੂਟੀਨ 'ਚ ਆ ਗਏ ਕਿ ਮੈਂ ਜਦੋਂ ਵੀ ਚਾਹਾਂ ਕਲਾਸ ਨੂੰ ਬੰਦ ਕਰ ਲਾਂ, ਤੇ ਜਦੋਂ ਵੀ ਚਾਹਾਂ ਜੁਆਇਨ ਕਰ ਲਾਂ ਜੀ। ਅੱਜ ਨਾ ਚਾਹਾਂ ਤਾਂ ਵੀ ਨਾ ਜੁਆਇਨ ਕਰਾਂ, ਹੋਮਵਰਕ ਦੇਵਾਂ ਚਾਹੇ ਨਾ ਦੇਵਾਂ, ਮੈਨੂੰ ਕਿਸੇ ਟੀਚਰ ਨੇ ਪੁੱਛਣਾ ਨਹੀਂ, ਕਿਉਂਕਿ ਮੈਨੂੰ ਕਿਸੇ ਨੇ ਸਕੋਲਡ ਨਹੀਂ ਕਰਨਾ, ਮੈਨੂੰ ਕੋਈ ਐਂਬੈਰਸਮੈਂਟ ਨਹੀਂ ਹੋਣੀ, ਕਲਾਸ ਦੇ ਵਿੱਚ ਮੈਨੂੰ ਪੁੱਛਿਆ ਨਹੀਂ ਜਾਣਾ। ਸੋ ਇਹ ਸਾਰੀਆਂ ਚੀਜ਼ਾਂ ਨੇ ਉਹਨਾਂ ਦੀ ਪਰਫਾਰਮੈਂਸ ਨੂੰ ਅਫੈਕਟ ਕਰ ਦਿੱਤਾ ਜੀ। ਐਂਡ ਦੈਟਸ ਵਾਟ ਨਾਓ ਬਿਕਮਿੰਗ ਅ ਚੈਲੰਜ ਜਦੋਂ ਇਹ ਵਾਪਸ ਸਕੂਲੇ ਜਾ ਰਹੇ ਨੇ। ਸੋ ਇੱਦਾਂ ਦਾ ਕੋਈ ਵੀ ਮਸਲਾ ਜੇ ਤੁਹਾਡੇ ਬੱਚਿਆਂ ਨਾਲ ਹੋ ਰਿਹਾ ਤਾਂ ਇਹਨਾਂ ਨੂੰ ਟ੍ਰੀਟ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬੈਕ ਟੂ ਸਕੂਲ ਬੱਚਿਆਂ ਨਾਲ ਜੁੜ ਜਾਂਦੀਆਂ, ਜਿਵੇਂ ਕਿ ਉਹਨਾਂ ਦੀ ਨੀਂਦ। ਹੁਣ 2 ਮਹੀਨੇ ਦੀਆਂ ਛੁੱਟੀਆਂ ਦੇ ਵਿੱਚ ਬੱਚਿਆਂ ਨੇ, ਤੁਹਾਨੂੰ ਪਤਾ ਜੀ ਕਿਹੜਾ ਬੱਚਾ ਕਿੰਨੇ ਵਜੇ ਉੱਠਿਆ ਤੇ ਸੁੱਤਾ। ਸੋ ਹੁਣ ਉਹਨਾਂ ਨੂੰ ਜਦੋਂ ਸਵੇਰੇ 7 ਵਜੇ 8 ਵਜੇ ਸਕੂਲੇ ਜਾਣਾ ਹੈ ਤਾਂ ਉਹ ਇੱਕ ਚੈਲੰਜ ਹੋ ਸਕਦਾ। ਬਹੁਤ ਸਾਰੇ ਪੇਰੈਂਟਸ ਆ ਕਹਿੰਦੇ ਜੀ ਇਹ ਤਾਂ ਸਵੇਰੇ ਪਹਿਲੇ 2 ਪੀਰੀਅਡ ਤਾਂ ਮਿਸ ਹੀ ਕਰਦਾ, ਖਾਸ ਕਰਕੇ ਹਾਈ ਸਕੂਲ ਵਾਲੇ ਬੱਚੇ ਜੀ। ਵੱਡੇ ਹੋ ਗਏ ਨੇ, ਬਾਗੀ ਹੋ ਗਏ ਨੇ, ਸਵੇਰ ਨੂੰ ਜੇ ਉਹਨੂੰ ਉਠਾਉਣ ਦੀ ਕੋਸ਼ਿਸ਼ ਕਰੋ ਤਾਂ ਲੜਦੇ ਨੇ। ਸੋ ਦੈਟ ਵਿਲ ਆਲਸੋ ਅਫੈਕਟ ਦੇਅਰ ਪਰਫਾਰਮੈਂਸ। ਉੱਥੇ ਉਹਨਾਂ ਦਾ ਸਰਕੈਡੀਅਨ ਰਿਦਮ ਜਿਹੜਾ ਹੈ ਉਹ ਅਫੈਕਟ ਹੋਇਆ। ਸੋ ਲੈਟਸ ਵਰਕ ਔਨ ਦੈਟ। ਭੁੱਖ ਨਾ ਲੱਗਣਾ, ਛੋਟੇ ਤੋਂ ਲੈ ਕੇ ਵੱਡੇ ਬੱਚੇ ਤੱਕ, ਇਹ ਭੁੱਖ ਨਹੀਂ ਲੱਗਦੀ ਪਈ ਉਹ ਇੱਕ ਪ੍ਰੋਬਲਮ ਹੈ, ਜਾਂ ਫਿਰ ਉਹ ਰਾਈਟ ਫੂਡ ਜਿਹੜੇ ਆਪਾਂ ਨੂੰ ਲੱਗਦਾ ਹੈ ਨਹੀਂ ਖਾ ਰਹੇ ਤੇ ਪਰ ਉਹ ਬਾਹਰੋਂ ਓਵਰ ਈਟਸ ਕਰਕੇ ਫੂਡ ਗਲਤ ਖਾ ਰਹੇ ਨੇ, ਉਹ ਪ੍ਰੋਬਲਮ ਹੈ। ਯੈਸ, ਵੀ ਕੈਨ ਟ੍ਰੀਟ ਦੈਟ।
ਐਂਡ ਲਾਸਟ ਇਜ਼ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਆਲਰੇਡੀ ਦੇ ਸਟਾਰਟਡ ਸਟੈਪਿੰਗ ਟੂ ਕਲੀਨਿਕ। ਉਹ ਹੈਗਾ ਜੀ ਇਹ ਜਦੋਂ ਹੀ ਸਕੂਲੇ ਜਾਂਦਾ ਬਸ ਇਹਨੇ ਤਾਂ ਹੁਣ ਅਗਲੇ 4-5 ਮਹੀਨੇ ਸਤੰਬਰ ਤੋਂ ਦਸੰਬਰ ਜਨਵਰੀ ਬਿਮਾਰ ਹੀ ਰਹਿਣਾ। ਰਿਕਰੈਂਟ ਇਨਫੈਕਸ਼ਨਸ ਇਨ ਕਿਡਸ। ਜੇ ਤੁਹਾਡਾ ਬੱਚਾ ਜਿਉਂ ਹੀ ਸਕੂਲ ਜਾਂਦਾ ਬਸ ਇਹਦਾ ਸਰਦੀ ਜ਼ੁਕਾਮ ਖਾਂਸੀ ਬੁਖਾਰ ਮੁੱਕਦਾ ਹੀ ਨਹੀਂ ਤੇ ਬਿਮਾਰ ਹੀ ਰਹਿੰਦਾ, ਯੈਸ ਵੀ ਡੂ ਨੀਡ ਟੂ ਟਰੀਟ ਦੈਟ। ਉਹਦੇ ਵਿੱਚ ਉਹਨਾਂ ਦੇ ਇਮਿਊਨ ਸਿਸਟਮ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਜੇ ਪਹਿਲੀਆਂ 2-3 ਇਨਫੈਕਸ਼ਨਸ ਨੂੰ ਅਸੀਂ ਨੈਚੁਰਲ ਹੋਮਿਓਪੈਥੀ ਟਰੀਟਮੈਂਟਸ ਨਾਲ ਟਰੀਟ ਕਰਾਂਗੇ, ਇਮਿਊਨ ਸਿਸਟਮ ਡਿਵੈਲਪ ਹੋ ਜਾਏਗਾ ਤੇ ਬੱਚਾ ਇਸ ਤਰ੍ਹਾਂ ਵਿਸ਼ਿਅਸ ਸਾਈਕਲ ਆਫ ਸਿਕਨੈਸ 'ਚ ਨਹੀਂ ਰਹੇਗਾ, ਬਿਕਾਜ਼ ਇਹ ਸਿਕਨੈਸ ਸਰਦੀ ਜ਼ੁਕਾਮ ਖਾਂਸੀ ਵੀ ਉਹਨਾਂ ਦੀ ਪਰਫਾਰਮੈਂਸ 'ਤੇ ਇਫੈਕਟ ਕਰੇਗੀ। ਜੀ ਦੋਸਤੋ, ਕੋਈ ਵੀ ਤੁਹਾਨੂੰ ਸਲਾਹ ਮਸ਼ਵਰਾ ਚਾਹੀਦਾ ਹੋਵੇ ਤੇ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ। 647 856 2516 ਤੇ ਸੰਪਰਕ ਕੀਤਾ ਜਾ ਸਕਦਾ। 145 ਕਲੀਅਰ ਸਟਰੀਟ ਦੇ ਯੂਨਿਟ ਨੰਬਰ 26 ਵਿੱਚ ਹਫਤੇ ਦੇ 7 ਦਿਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਪਹੁੰਚ ਸਕਦੇ ਹੋ। ਲੱਗੇ ਅੱਗੇ ਜੀ? ਬਿਲਕੁਲ ਜੀ। ਘੱਟ ਵੱਧ ਬੋਲਿਆ ਗਿਆ ਤਾਂ ਮਾਫੀ। ਅਗਲੀ ਮੁਲਾਕਾਤ ਤੱਕ ਰੱਬ ਰਾਖਾ।